ਟੀਵੀ ਪੰਜਾਬੀ ਦੁਨੀਆ ਵੱਲੋਂ ਸਾਰੇ ਸੱਜਣਾ ਮਿੱਤਰਾਂ ਤੇ ਸੰਗਤੀਆਂ ਨੂੰ ਅੱਜ ਦੀ ਬੈਠਕ ਵਿੱਚ ਜੀ ਆਇਆਂ। ਪਿਛਲੇ ਦਿਨੀ ਦਿੱਲੀ ਦੇ ਬਾਰਡਰ ਤੇ ਕਿਸਾਨਾਂ ਦਾ ਧਰਨਾ ਸਾਡੇ ਸਾਰਿਆਂ ਨੂੰ ਪ੍ਰੇਰਨਾ ਦਿੰਦਾ ਰਿਹਾ। ਸਾਡੀਆਂ ਆਸਾਂ ਤੇ ਉਮੀਦਾਂ ਨੂੰ ਹੋਰ ਤਰਾਨ ਮਿਲੀ ਕਿ ਖਲਕਤ ਜੁੜ ਕੇ ਸਿਆਣਪ ਨਾਲ ਕੁਝ ਵੀ ਕਰਨ ਦਾ ਸੋਚ ਲਏ, ਕੁਝ ਮਿੱਥ ਲਏ ਤੇ ਸਭ ਕੁਝ ਹੋ ਸਕਦਾ ਹੈ। ਮਨਸੂਬਾਬੰਦੀ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ, ਅਗਵਾਈ ਦਾ ਢੰਗ ਕਿੰਝ ਹੋਣਾ ਚਾਹੀਦਾ ਹੈ। ਰਾਸ ਸਵਾਲ ਮੀਡੀਆ ਤੁਹਾਡੇ ਵਿਰੁੱਧ ਚੱਲ ਰਿਹਾ ਹੋਵੇ ਤੇ ਤੁਸੀਂ ਆਪਣਾ ਮੀਡੀਆ ਕਿੰਝ ਉਸਾਰ ਸਕਦੇ ਹੋ। ਇੱਕ ਮੁਨਜ਼ਮ ਕਾਰਵਾਈ ਵਾਸਤੇ ਮੁਨਜ਼ਮ ਮੋਰਚਾ ਤਨਜ਼ੀਮ ਬਹੁਤ ਜ਼ਰੂਰੀ ਹੈ। ਹਿੰਦੁਸਤਾਨ ਦੇ ਕਿਸਾਨ ਖਾਸ ਕਰ ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ ਦੇ ਢੇਰ ਕਰਕੇ ਇਹਦੇ ਵਿੱਚ ਖਾਸ ਰਹੇ। ਇਹੋ ਜਿਹੀ ਨਾਬਰੀ ਸਟਰਗਲ ਦੇ ਵਿੱਚ ਇਲਾਕੇ ਨਹੀਂ ਹੁੰਦੇ, ਬਸ ਲੋਕ ਹੁੰਦੇ ਹਨ ਤੇ ਨਾਬਰ ਹੁੰਦੇ ਹਨ। ਸਿੱਟਾ ਨਿਕਲਿਆ, ਕਾਨੂੰਨ ਵਾਪਸ ਹੋਏ, ਲੋਕੀ ਘਰੋਂ ਘਰੀ ਪੁੱਜੇ। ਹੁਣ ਸੰਯੁਕਤ ਸਮਾਜ ਮੋਰਚਾ ਬਣਾ ਕੇ ਚੋਣਾਂ ਲੜਨ ਦੀ ਤਿਆਰੀ ਹੈ। ਇਹ ਸੀਨ ਹੈ ਚੜ੍ਹਦੇ ਪੰਜਾਬ ਦਾ। ਹੁਣ ਲਹਿੰਦੇ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ? ਗ੍ਰੀਨ ਰੈਵੋਲੂਸ਼ਨ ਤੇ ਦੋਵੇਂ ਪਾਸੇ ਹੋਇਆ ਤੇ ਦੋਵਾਂ ਪਾਸੇ ਚੜ੍ਹਦੇ ਪੰਜਾਬ ਵਿੱਚ ਤੇ ਲਹਿੰਦੇ ਪੰਜਾਬ ਦੇ ਵਿੱਚ ਅੱਜ ਕੀ ਸੂਰਤ ਹਾਲ ਹੈ? ਕਿ ਲਹਿੰਦੇ ਪੰਜਾਬ ਦੇ ਲੋਕ ਵੀ ਉੱਠ ਖਲੋਣ ਤੇ ਤਿਆਰ ਹਨ ਜੋ ਉਹਨਾਂ ਦੇ ਨਾਲ ਜ਼ੁਲਮ ਤੇ ਜਬਰ ਹੋ ਰਿਹਾ, ਜੋ ਜ਼ਿਆਦਤੀਆਂ ਹੋ ਰਹੀਆਂ ਤੇ ਉਹਨਾਂ ਨੂੰ ਕੀ ਮਿਲ ਰਿਹਾ? ਚੜ੍ਹਦੇ ਪੰਜਾਬ ਦੇ ਕਿਸਾਨਾਂ ਦੇ ਮੁਕਾਬਲੇ ਵਿੱਚ ਲਹਿੰਦੇ ਪੰਜਾਬ ਦੇ ਕਿਸਾਨਾਂ ਨੂੰ ਕੀ ਮਿਲ ਰਿਹਾ? ਇਹ ਸਾਰੀ ਗੱਲਬਾਤ ਕਰਨ ਸਾਡੇ ਨਾਲ ਬੈਠੇ ਨੇ ਅੱਜ ਹਾਸ਼ਮ ਬਿਨ ਰਾਸ਼ਿਦ ਹੋਰੀ, ਜਿਹੜੇ PhD ਸਕਾਲਰ ਨੇ ਤੇ ਕਿਸਾਨਾਂ ਦੇ ਮਸਲਿਆਂ ਦੇ ਬੜੇ ਮਾਹਰ ਸਮਝੇ ਜਾਂਦੇ ਨੇ। ਬਹੁਤ ਸ਼ੁਕਰੀਆ ਹਾਸ਼ਮ ਸਾਡੀ ਬੈਠਕ ਵਿੱਚ ਆਉਣ ਦਾ, ਸਾਡੇ ਨਾਲ ਜੁੜਨ ਦਾ। ਅੱਜ ਦਾ ਮੁੱਦਾ ਬਹੁਤ ਹੀ ਅਹਿਮ ਹੈ, ਅੱਜ ਦੀ ਗੱਲਬਾਤ ਬਹੁਤ ਹੀ ਅਹਿਮ ਹੈ ਤੇ ਸਾਡੇ ਦਿਲ ਦੇ ਬਹੁਤ ਨੇੜੇ ਹੈ ਕਿਉਂਕਿ ਗੱਲ ਕਿਸਾਨਾਂ ਦੀ ਹੈ। ਤੇ ਅਸੀਂ ਥੋੜ੍ਹਾ ਪਹਿਲੇ ਤੋਂ ਸ਼ੁਰੂ ਕਰਨੇ ਆ, ਥੋੜ੍ਹਾ ਜਿਹਾ ਗੱਲ ਨੂੰ ਪਿੱਛੇ ਲਿਜਾ ਕੇ ਵੇਖਣ ਦੇ ਨਾਲ ਗੱਲ ਦੀ ਕਲੈਰਿਟੀ ਜ਼ਿਆਦਾ ਹੁੰਦੀ ਹੈ, ਗੱਲ ਥੋੜ੍ਹੀ ਸਪਸ਼ਟ ਹੋ ਜਾਂਦੀ ਹੈ, ਸਾਫ਼ ਹੋ ਜਾਂਦੀ ਹੈ। ਕਿ 47 ਦੀ ਗੱਲ ਕਰਨੇ ਆ, ਵੰਡ ਦੀ ਗੱਲ ਕਰਨੇ ਆ ਕਿ ਵੰਡ ਤੋਂ ਥੋੜ੍ਹਾ ਪਹਿਲੇ ਤੇ ਵੰਡ ਤੋਂ ਬਾਅਦ ਦੇ ਵਿੱਚ ਲਹਿੰਦੇ ਪੰਜਾਬ ਦੇ ਵਿੱਚ ਕਿਸਾਨੀ ਦੀ ਕੀ ਹਾਲਤ ਆਈ, ਇਸ ਤੇ ਤਰ੍ਹਾਂ ਚਾਨਣ ਪਾਓ। ਨਹੀਂ, ਇਹ ਬੜਾ ਜ਼ਰੂਰੀ ਸਵਾਲ ਤੁਸੀਂ ਪੁੱਛਿਆ। ਲੋਕੀ ਜਿਹੜੀ ਅੱਜ ਦੀ ਮੂਵਮੈਂਟ ਦੀ ਗੱਲ ਕਰਦੇ ਨੇ ਤੇ ਪਿੱਛੇ ਦਾ ਨਹੀਂ ਸੋਚਦੇ ਤੇ ਉਹ ਜਿਹੜੀ ਤਾਰੀਖ ਹੈ ਉਹਨੂੰ ਸਮਝੇ ਬਗੈਰ ਬੜਾ ਮੁਸ਼ਕਿਲ ਹੈ ਅੱਜ ਦੇ ਹਾਲਾਤ ਨੂੰ। ਤੇ ਇਹ ਮੂਵਮੈਂਟ ਇੰਨੀ ਤਗੜੀ ਕਿਉਂ ਹੈ ਚੜ੍ਹਦੇ ਪੰਜਾਬ 'ਚ ਤੇ ਲਹਿੰਦੇ ਪੰਜਾਬ 'ਚ? ਜਿਹੜੀ ਤਹਿਰੀਕ ਦੀ ਆਪਣੀ ਇੱਕ ਕਹਾਣੀ ਹੈ, ਉਹ ਕਹਾਣੀ ਉਵੇਂ ਕਿਉਂ ਹੈ? ਉਹਦਾ ਜੋੜ ਕਈ ਚੀਜ਼ਾਂ 'ਚ ਪਿੱਛੇ ਜਾ ਕੇ ਜੁੜਦਾ। ਤੇ ਪਹਿਲੇ ਤਾਂ ਮੈਂ ਕਹਾਂਗਾ ਕਿ ਇੱਕ ਬੜੀ ਜ਼ਰੂਰੀ ਗੱਲ ਹੈ ਜਿਹੜੀ ਅਸੀਂ ਬੜੇ ਆਰਾਮ ਨਾਲ ਭੁੱਲ ਜਾਂਦੇ ਹਾਂ ਕਿ ਲਹਿੰਦੇ ਪੰਜਾਬ 'ਚ ਕਿਸਾਨ ਦੀ ਸ਼ਕਲ ਵੰਡ ਦੇ ਨਾਲ ਬਿਲਕੁਲ ਬਦਲ ਗਈ। ਕਿਉਂਕਿ ਅਸੀਂ ਜ਼ਾਹਿਰ ਹੈ ਕਿ ਜਦੋਂ ਦੋਵੇਂ ਪਾਸੇ ਬਟਵਾਰੇ ਦੇ ਨਾਲ ਲੋਕਾਂ ਨੂੰ ਕੱਢਿਆ ਗਿਆ ਜਬਰੀ ਤੌਰ ਤੇ ਬਹੁਤ ਸਾਰੇ ਕਿਸਾਨ ਆਪਣੇ ਪਿੰਡਾਂ ਨੂੰ ਛੱਡ ਕੇ ਚਲੇ ਗਏ। ਹੁਣ ਮੈਂ ਜਿਹੜੇ ਇੱਥੇ ਦੇ ਖੇਤ ਮਜ਼ਦੂਰ ਨੇ, ਕਦੀ ਉਹਨਾਂ ਦੇ ਨਾਲ ਗੱਪਸ਼ਪ ਹੁੰਦੀ ਹੈ ਤੇ ਮੈਂ ਐਸੇ ਹੀ ਕਦੀ ਪੁੱਛਣਾ ਕਿ ਇਹ ਤੇ ਮੌਕਾ ਸੀ ਤੁਸੀਂ ਜ਼ਮੀਨ ਤੇ ਕਬਜ਼ਾ ਕਰ ਲੈਂਦੇ। ਤੇ ਜਿਹੜੀ ਵੀ ਵਜੂਹਾਤ ਨੇ ਉਹਨਾਂ ਦਾ ਕਬਜ਼ਾ ਨਹੀਂ ਹੋਇਆ ਤੇ ਚੜ੍ਹਦੇ ਪੰਜਾਬ ਤੋਂ ਜਿਹੜੀ ਮੁਸਲਮਾਨ ਬਿਰਾਦਰੀ ਸੀ ਜਿਹੜੀ ਕਿਸਾਨਾਂ ਦੀ, ਉਹਨੇ ਆ ਕੇ ਉਹ ਜ਼ਮੀਨਾਂ ਜਿਹੜੀਆਂ ਸਿੱਖ ਕਿਸਾਨਾਂ ਦੇ ਕੋਲ ਸਨ ਉਹਨਾਂ ਤੇ ਆ ਕੇ ਉਹ ਬਹਿ ਗਏ। ਤੇ ਉਹ ਬਹੁਤ ਵੱਡੀ ਤਬਦੀਲੀ ਹੈ। ਮੇਰਾ ਖਿਆਲ ਹੈ ਬਹੁਤ ਘੱਟ ਲੋਕੀ ਨੇ ਜਿਹੜੇ ਇਹਨੂੰ ਸਮਝਦੇ ਨੇ ਤੇ ਕਿਸੇ ਨੇ ਵੀ ਕੰਮ ਨਹੀਂ ਕੀਤਾ ਕਿ ਕਿੰਨਾ ਵੱਡਾ ਫਰਕ ਪਿਆ। ਕਿਉਂਕਿ ਅਸੀਂ ਤੇ ਪਤਾ ਨਹੀਂ, ਬਹੁਤ ਸਾਰੇ ਲੋਕੀ ਸਮਝਦੇ ਨੇ ਕਿ ਵੀ ਸਾਡੇ ਪਿੰਡ ਜਿਹੜੇ ਨੇ ਪਤਾ ਨਹੀਂ ਕਿੰਨੀਆਂ ਪੁਰਾਣੀਆਂ ਉਹ ਤਾਰੀਖਾਂ ਤੋਂ ਚੱਲ ਰਹੇ ਨੇ ਤੇ ਅੰਦਰ ਕੁਝ ਬਦਲ ਨਹੀਂ ਰਿਹਾ। ਤੇ ਇੰਨੀ ਵੱਡੀ ਤਬਦੀਲੀ ਸੀ ਕਿ ਪਿੰਡ ਦੇ ਚੌਧਰੀ, ਲੰਬਰਦਾਰ, ਜ਼ਮੀਨ ਕਿਹਦੇ ਕੋਲ ਸੀ ਕਿਹਦੇ ਕੋਲ ਨਹੀਂ ਸੀ, ਉਹ ਸਾਰੇ ਇੱਕਦਮ 1-2 ਸਾਲਾਂ ਦੇ ਵਿੱਚ ਬਦਲ ਗਏ। ਤੇ ਸ਼ੁਰੂ ਮਾਲਕ ਮੁਜ਼ਾਰਾ ਖੇਤ ਮਜ਼ਦੂਰ ਦਾ ਰਿਸ਼ਤਾ ਸੇਮ ਰਿਹਾ।
ਉਹਦੇ ਰਿਸ਼ਤੇ ਵਿੱਚ ਕੀ ਤਬਦੀਲੀ ਆਈ? ਉਹਦੇ ਰਿਸ਼ਤੇ 'ਚ ਤੇ ਮੁਖਤਲਿਫ ਮੌਕਿਆਂ ਤੇ ਸਾਨੂੰ ਵੇਖਣਾ ਪਏਗਾ ਕਿ ਕੀ ਤਬਦੀਲੀਆਂ ਨੇ। ਇੱਕ ਤੇ ਹੋਰ ਸ਼ਾਇਦ ਜਿਹੜੀ ਲੋਕੀ ਕਹਿੰਦੇ ਨੇ ਖਾਸ ਤੌਰ ਤੇ ਅੰਗਰੇਜ਼ਾਂ ਦੇ ਦੌਰ 'ਚ ਕਿ ਬਈ ਖੁਦ ਕਾਸ਼ਤ ਬਹੁਤ ਜ਼ਿਆਦਾ ਹੁੰਦੀ ਸੀ, ਲੇਕਿਨ ਜਿੰਨੀਆਂ ਜ਼ਮੀਨਾਂ ਅੰਗਰੇਜ਼ਾਂ ਨੇ ਦਿੱਤੀਆਂ ਉਹ ਖੁਦ ਕਾਸ਼ਤ ਹੋ ਨਹੀਂ ਸਕਦੀਆਂ ਸਨ। ਅਗਰ ਤੁਹਾਡੇ ਕੋਲ 10 ਏਕੜ 20 ਏਕੜ ਵੀ ਸੀ ਤੇ ਤਦੋਂ ਕਿਸੇ ਦੇ ਕੋਲ ਨਾ ਟਰੈਕਟਰ ਸੀ, ਉਹ ਬੈਲ ਤੇ ਕੰਮ ਕਰਦੇ ਸਨ ਜਾਂ ਹੱਥ ਦੇ ਨਾਲ ਕੰਮ ਹੁੰਦਾ ਸੀ। ਤੇ ਤਕਰੀਬਨ ਜਿੰਨਾ ਵੀ ਜਿਹਨੂੰ ਤੁਸੀਂ ਅੱਜ ਹੋ ਸਕਦਾ 10 ਏਕੜ 5 ਏਕੜ ਵਾਲੇ ਨੂੰ ਤੁਸੀਂ ਛੋਟਾ ਕਿਸਾਨ ਸਮਝਦੇ ਹੋ, ਤੇ ਉਸ ਜ਼ਮਾਨੇ 'ਚ ਇਹ ਵੀ ਜਿਹੜਾ ਕਿਸਾਨ ਸੀ ਉਹਨੂੰ ਵੀ ਕਿਸੇ ਨਾ ਕਿਸੇ ਨੂੰ ਮਜ਼ਾਰਾ ਰੱਖਣਾ ਪੈਂਦਾ ਸੀ ਜਾਂ ਖੇਤ ਮਜ਼ਦੂਰਾਂ ਤੇ ਬਹੁਤ ਜ਼ਿਆਦਾ ਕੰਮ ਕਰਨਾ ਪੈਂਦਾ ਸੀ। ਉਹ ਤਬਦੀਲੀ ਤੇ ਬਹੁਤ ਵੱਡੀ ਹੈ ਜਿਹੜੀ ਆਹਿਸਤਾ ਆਹਿਸਤਾ ਜਦੋਂ ਟੈਕਨੋਲੋਜੀ ਆਈ, ਜਦੋਂ ਟਰੈਕਟਰ ਆਏ, ਉਹਦੇ ਨਾਲ ਇੱਕਦਮ ਜਿਹੜਾ ਇੱਕ ਕਿਸਾਨ ਕਿੰਨੀ ਕਾਸ਼ ਕਰ ਸਕਦਾ ਸੀ, ਤੇ ਇੱਕ ਕਿਸਾਨ ਵੀ ਅਸੀਂ ਐਸੇ ਹੀ ਕਹਿ ਰਹੇ ਹਾਂ, ਇੱਕ ਕਿਸਾਨ ਕੁਝ ਵੀ ਨਹੀਂ ਕਰਦਾ, ਉਹਦਾ ਖਾਨਦਾਨ ਉਹਦੇ ਨਾਲ ਜੁੜਿਆ ਹੁੰਦਾ ਹੈ ਕਮ ਅਜ਼ ਕਮ। ਉਹਦੇ ਬਾਅਦ ਮੁਖਤਲਿਫ ਜਿਹੜੇ ਮਰਹਲੇ ਨੇ ਕਾਸ਼ ਦੇ, ਉਹਦੇ ਵਿੱਚ ਖੇਤ ਮਜ਼ਦੂਰਾਂ ਦਾ ਵੀ ਠੀਕ ਠਾਕ ਕੰਮ ਹੁੰਦਾ, ਤੇ ਉਹ ਪੂਰਾ ਜਿਹੜਾ ਪ੍ਰੋਸੈਸ ਹੈ ਉਹਦੀ ਬੇਸ਼ੁਮਾਰ ਤਬਦੀਲੀਆਂ ਨੇ। ਲੇਕਿਨ ਜਿਹੜੀ ਅੰਗਰੇਜ਼ਾਂ ਦੇ ਦੌਰ ਦੇ ਹਵਾਲੇ ਤੋਂ ਕਰਨ ਵਾਲੀ ਗੱਲ ਹੈ ਉਹ ਹੈ ਕਿ ਮਜ਼ਾਰੀਨ ਬਹੁਤ ਜ਼ਿਆਦਾ ਸਨ। ਇਸ ਵਜ੍ਹਾ ਤੋਂ ਹੀ ਜਿਹੜੀ ਅੰਗਰੇਜ਼ਾਂ ਦੇ ਦੌਰ 'ਚ ਕਿਸਾਨ ਤਹਿਰੀਕ ਹੈ ਉਹ ਬੜੀ ਤਗੜੀ ਵੀ ਸੀ। ਉਸ ਜ਼ਮਾਨੇ 'ਚ ਪਹਿਲੇ ਤੇ ਪਗੜੀ ਸੰਭਾਲ ਜੱਟਾਂ ਦੇ ਨਾਂ ਤੋਂ ਤਹਿਰੀਕ ਸ਼ੁਰੂ ਹੋਈ। ਉਹ ਤੇ ਉਸ ਜ਼ਮਾਨੇ 'ਚ ਚੂँਕਿ ਅੰਗਰੇਜ਼ਾਂ ਨੇ ਜਦੋਂ ਨਹਿਰਾਂ ਬਣਾਈਆਂ ਤੇ ਨਈ ਜ਼ਮੀਨਾਂ ਦਿੱਤੀਆਂ, ਤੇ ਉਹਨਾਂ ਨੇ ਜ਼ਮੀਨ ਆਪਣੇ ਹੱਥ 'ਚ ਰੱਖੀ ਤੇ ਕਿਸਾਨਾਂ ਨੇ ਲੜਾਈ ਕੀਤੀ ਕਿ ਜ਼ਮੀਨ ਸਾਡੇ ਨਾ ਹੋਏ, ਤੇ ਉਹ ਤੇ ਪਹਿਲੀ ਲੜਾਈ ਸੀ। ਪਰ ਕਰਦੇ ਕਰਦੇ ਜਦੋਂ ਪੰਜਾਬ ਕਿਸਾਨ ਸਭਾ ਬਣੀ ਤੇ ਕਿਰਤੀ ਕਿਸਾਨ ਪਾਰਟੀ ਬਣੀ 1930 ਦੀ ਤਿਹਾਈ 'ਚ, ਤੇ ਉਹਨਾਂ ਨੇ ਫਿਰ ਇਹ ਜਿਹੜੀ ਜ਼ਮੀਨ ਦੀ ਵੰਡ ਹੈ, ਮਜ਼ਾਰੀਨ ਦੇ ਮਸਲੇ ਨੇ, ਜ਼ਮੀਨ ਦੀ ਵੰਡ ਇਹੋ ਜਿਹੀ ਕਿਉਂ ਹੈ ਕਿ ਹਰ ਕਿਸਾਨ ਨੂੰ ਹੀ, ਹਰ ਜ਼ਮੀਂਦਾਰ ਨੂੰ ਹੀ ਠੇਕੇ ਤੇ ਅੱਗੇ ਜ਼ਮੀਨ ਦੇਣੀ ਪੈ ਰਹੀ ਹੈ, ਤੇ ਉਹਦਾ ਕੋਈ ਹੋਰ ਹੱਲ ਨਿਕਲੇ, ਉਹ ਲੜਾਈ ਲੜੀ ਗਈ। ਹੁਣ ਇੱਕ ਹੋਰ ਵੱਡੀ ਤਬਦੀਲੀ ਵੰਡ ਦੇ ਨਾਲ ਇਹ ਆਈ ਕਿ ਪੰਜਾਬ ਕਿਸਾਨ ਸਭਾ ਵੀ ਟੁੱਟ ਗਈ। ਟੁੱਟੀ ਕਿਉਂਕਿ ਉਹਦੀ ਬਹੁਤ ਸਾਰੀ ਜਿਹੜੀ ਲੀਡਰਸ਼ਿਪ ਸੀ ਉਹ ਗਦਰ ਪਾਰਟੀ ਤੋਂ ਟੁੱਟਦੇ ਜਿਹੜੇ ਲੋਕੀ ਆਏ ਸਨ, ਜਿਨ੍ਹਾਂ ਵਿੱਚ ਸਿੱਖ ਪੋਪੂਲੇਸ਼ਨ ਵੀ ਮੈਂਬਰ ਵੀ ਬਹੁਤ ਜ਼ਿਆਦਾ ਸਨ, ਉਹ ਵੀ ਚੜ੍ਹਦੇ ਪੰਜਾਬ 'ਚ ਚਲੇ ਗਏ। ਤੇ ਉਹਦੇ ਬਾਅਦ ਫਿਰ ਦੁਬਾਰਾ ਜਿਹੜੀ ਇੱਥੇ ਲੈਫਟ ਦੀ ਜਾਂ ਕਮਿਊਨਿਸਟ ਕਿਸਾਨ ਤਹਿਰੀਕ ਹੈ ਉਹਨੂੰ ਨਵੇਂ ਸਿਰੇ ਤੋਂ ਬਣਾਉਣਾ ਪਿਆ। ਉਹਦੇ ਵਿੱਚ ਜਿਹੜੀ ਮੈਨੂੰ ਜਿਹੜਾ ਅਸੀਂ ਸੁਣਦੇ ਪੜ੍ਹਦੇ ਆਏ ਹਾਂ ਕਿ ਦਾਦਾ ਫਿਰੋਜ਼ਦੀਨ ਮਨਸੂਰ ਨੇ ਟੋਬਾ ਟੇਕ ਸਿੰਘ ਦੇ ਚੱਕ 450 ਜੇਬੀ ਦੇ ਵਿੱਚ ਉਹਨਾਂ ਨੇ ਕਾਨਫਰੰਸ ਬੁਲਾਈ, ਜਿਹੜੀ ਕਿਸਾਨ ਸਭਾ ਦੀ, ਤੇ ਕਿਸਾਨ ਕਮੇਟੀਆਂ ਬਣਾਈਆਂ, ਜਿਹੜੀ ਯਾਨੀ ਹਰ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਉਹ ਕਿਸਾਨ ਕਮੇਟੀ ਬਣਾਈ ਜਾਸੀ। ਇਹ ਉਸ ਦੇ ਵਿੱਚ ਫੈਸਲਾ ਹੋਇਆ ਤੇ ਫਿਰ ਉਸ ਦੇ ਮੁਤਾਬਕ ਬਣੀਆਂ ਵੀ, ਤੇ ਫਿਰ ਉਹਦੇ ਵਿੱਚ ਪੂਰੇ ਪਾਕਿਸਤਾਨ ਤੋਂ ਲੋਕ ਆਏ। ਸਿੰਧ ਹਾਰੀ ਕਮੇਟੀ ਵੀ ਉੱਥੋਂ ਨਿਕਲੀ, ਫਿਰ ਕਿਸਾਨ ਜਰਗਾ ਸਰਹੱਦ ਕਿਸਾਨ ਜਰਗਾ ਵੀ ਉੱਥੋਂ ਨਿਕਲਿਆ, ਤੇ ਇਸ ਤਰ੍ਹਾਂ ਉਹਦੀ ਯਾਨੀ ਜਿਹੜੀ ਇੱਕ ਫਾਊਂਡੇਸ਼ਨ ਜਿਹੜੀ ਹੈ, ਬੁਨਿਆਦ ਜਿਹੜੀ ਹੈ ਉਹ ਪੈ ਗਈ ਇਸ ਸਾਰੀ ਗੱਲ ਦੀ ਜੀ। ਤੇ ਲੈਫਟ ਦੇ ਨਾਲ ਜੁੜ ਕੇ ਹੀ ਸਾਰਾ ਕੁਝ ਹੋਇਆ। ਨਹੀਂ, ਇਹ ਸ਼ੁਰੂ ਦੀ ਜਿਹੜੀ ਕਿਸਾਨ ਕਾਨਫਰੰਸਾਂ ਸਨ ਉਹ ਬੜੀ ਜ਼ਰੂਰੀ ਇੱਕ ਉਹਨਾਂ ਨੇ ਕਦਮ ਰੱਖੇ, ਤੇ ਉਹਨਾਂ ਦੇ ਅਸਰਾਤ ਕਮ ਅਜ਼ ਕਮ 1970 1980 ਤੱਕ ਤੇ ਬੜੇ ਤਗੜੇ ਰਹੇ, ਕਿਉਂਕਿ ਉਹ ਹਰ ਉਸ ਚੀਜ਼ ਨੂੰ ਚੈਲੰਜ ਕਰਦੀਆਂ ਰਹੀਆਂ ਜਿਹੜੀ ਚੀਜ਼ ਉਹਨਾਂ ਨੂੰ ਕਿਸਾਨਾਂ ਦੇ ਵਾਸਤੇ ਬੜਾ ਮਸਲਾ ਬਣਾਉਂਦੀ ਰਹੀ। ਉਹਨਾਂ ਨੇ ਹਰ ਉਹ ਮਸਲਾ ਚੁੱਕਿਆ। ਜਿਸ ਤਰ੍ਹਾਂ ਫਿਰ ਆਰਡੀਨੈਂਸ ਵੀ ਇਹਨਾਂ ਨੂੰ ਲਿਆਉਣਾ ਪਿਆ, ਜਿਹੜਾ ਜ਼ਰਈ ਜ਼ਮੀਨ ਜਿਹੜਾ ਬਟਵਾਈ ਹੈ, ਮੁਜ਼ਾਰੇ ਦਾ ਹਿੱਸਾ ਜ਼ਰਾ ਥੋੜਾ ਹਾਈ ਤੇ ਕਿਸਾਨ ਦਾ ਮਾਲਕ ਦਾ ਜ਼ਿਆਦਾ, ਜਿਹੜਾ ਫਿਰ ਬਾਅਦ ਦੇ ਵਿੱਚ 60 ਤੇ 40% ਤੇ ਆਇਆ, ਯਾਨੀ 60% ਮੁਜ਼ਾਰੇ ਦਾ ਤੇ 40% ਜਿਹੜਾ ਹੈ ਇਹ ਫਿਰ ਮਾਲਕ ਦਾ ਹੋਇਆ। ਇਹ ਉਸ ਉਹਨਾਂ ਦੀ ਉਹ ਸਟਰਗਲ ਦੇ ਨਤੀਜੇ ਦੇ ਵਿੱਚ ਸਾਰਾ ਕੁਝ ਜਿਹੜਾ ਹੈ ਹੋਇਆ।
ਮੈਂ ਤੁਹਾਡੀ ਗੱਲ ਨੂੰ ਅੱਗੇ ਵਧਾਉਂਦਿਆਂ ਹੋਇਆਂ ਗੱਲ ਕਰ ਰਹੀ ਹਾਂ ਜੀ। ਇਹ ਜਿਹੜੀ 48 ਦੀ ਤੁਸੀਂ ਕਾਨਫਰੰਸ ਦੀ ਗੱਲ ਕਰ ਰਹੇ ਹੋ, ਜੀ ਜੀ ਉਹਦੇ 'ਚ ਦੋ ਇਹਨਾਂ ਦੇ ਵੱਡੇ ਨੁਕਾਤ ਸਨ। ਇੱਕ ਤੇ ਇਹ ਕਿ ਜਿਹੜੇ ਕਿਸਾਨ ਚੜ੍ਹਦੇ ਪੰਜਾਬ ਤੋਂ ਆਏ ਨੇ ਤੇ ਜ਼ਮੀਨਾਂ ਤੇ ਬੈਠੇ ਨੇ, ਉਹਨਾਂ ਨੂੰ ਜ਼ਮੀਨ ਦਾ ਹੱਕ ਜਿਹੜਾ ਹੈ, ਉਹਨਾਂ ਨੂੰ ਜ਼ਮੀਨ ਮਿਲੇ। ਉਹਨਾਂ ਨੂੰ ਜ਼ਮੀਨ ਪੱਕੀ ਨਹੀਂ ਹੋ ਰਹੀ ਸੀ, ਕਈ ਸਨ ਜਿਨ੍ਹਾਂ ਨੂੰ ਹਟਾਇਆ ਜਾ ਰਿਹਾ ਸੀ। ਤੇ ਇੱਕ ਤੇ ਇਹਨਾਂ ਨੇ ਇਹ ਮਸਲਾ ਚੁੱਕਿਆ। ਦੂਜਾ ਮਸਲਾ ਉਹਨਾਂ ਨੇ ਚੁੱਕਿਆ ਸੀ ਮਜ਼ਾਰੀਨ ਦਾ, ਕਿ ਮਜ਼ਾਰੀਨ ਕਿੰਨਾ ਹਿੱਸਾ ਦੇਣਗੇ। ਉਹਨਾਂ ਨੂੰ ਜਿਹੜੇ ਵੱਡੇ ਕਿਸਾਨ ਨੇ ਉਹ ਹਟਾ ਰਹੇ ਨੇ, ਕਿਸੇ ਹੋਰ ਨੂੰ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਇਹ ਦੋ ਚੀਜ਼ਾਂ ਇਹਨਾਂ ਨੇ ਕੀਤੀਆਂ। ਉਹਦੇ ਉੱਤੇ ਫਿਰ ਕਈ ਆਰਡੀਨੈਂਸ ਹਨ ਜਿਹੜੀ ਆਈਆਂ। ਉਹਦੇ ਵਿੱਚ ਇੱਕ ਆਰਡੀਨੈਂਸ ਹੈ ਜਿਹੜੀ ਚੌਧਰੀ ਫਤਿਹ ਮੁਹੰਮਦ ਜਨਰਲ ਸੈਕਟਰੀ ਸਨ ਵੈਸਟ ਪਾਕਿਸਤਾਨ ਕਿਸਾਨ ਕਮੇਟੀ ਦੇ, ਤੇ ਉਹਨਾਂ ਦੀ ਜਿਹੜੀ ਆਟੋਬਾਇਓਗ੍ਰਾਫੀ 'ਚ ਉਹ ਜ਼ਿਕਰ ਕਰਦੇ ਨੇ ਕਿ ਉਹ ਆਰਡੀਨੈਂਸ ਆਏ ਕਿ ਤੁਸੀਂ ਕੋਰਟ ਦੇ ਆਰਡਰ ਦੇ ਬਗੈਰ ਮਜ਼ਾਰੇ ਨੂੰ ਨਹੀਂ ਕੱਢ ਸਕਦੇ। ਤੇ ਲੇਕਿਨ ਉਹਦੀ ਜਿਹੜੀ ਵਜੂਹਾਤ ਉਹਨਾਂ ਨੇ ਕੱਢਣ ਵਾਲੀਆਂ ਦਿੱਤੀਆਂ, ਉਹਨਾਂ 'ਚ ਇੱਕ ਵਜ੍ਹਾ ਇਹ ਸੀ ਕਿ ਤੁਸੀਂ ਹਿੱਸਾ ਬਟਾਈ ਨਹੀਂ ਦੇ ਰਹੇ। ਦੂਜੀ ਇਹ ਵੀ ਸੀ ਕਿ ਤੁਸੀਂ ਕਿਸੇ ਕਿਸਾਨ ਤਨਜ਼ੀਮ ਦਾ ਹਿੱਸਾ ਹੋ ਜਾਂ ਮਜ਼ਾਰੀਨ ਦੇ ਤਨਜ਼ੀਮ ਦਾ ਹਿੱਸਾ ਹੋ। ਬੇਦਖਲੀ ਦੇ ਵਾਕਿਆਂ ਦੇ ਵਿੱਚ ਫਿਰ ਵੀ ਘਾਟ ਤੇ ਹੋਈ। ਹਾਂ, ਇਸ ਦੇ ਬਾਵਜੂਦ ਕਿ ਉਹ ਅਜੀਬ ਜੀਆਂ ਸ਼ਿਕਾਂ ਹਨ ਸਾਰੀਆਂ ਜੋ ਤੁਹਾਨੂੰ ਕੋਰਟ ਦੇ ਰਿਹਾ, ਲੇਕਿਨ ਉਹਦੇ ਵਿੱਚ ਉਹਨਾਂ ਨੂੰ ਥੋੜਾ ਜਿਹਾ ਫਾਇਦਾ ਹੋਇਆ ਇਹਦੇ ਵਿੱਚ। ਨਹੀਂ, ਇਹਦੇ ਵਿੱਚ ਬਿਲਕੁਲ ਫਾਇਦਾ ਹੋਇਆ, ਕਿਉਂਕਿ ਮਜ਼ਾਰੀਨ ਜਿਹੜੇ ਸਨ ਉਹਨਾਂ ਨੂੰ ਆਪਣੀ ਤਾਕਤ ਮਹਿਸੂਸ ਹੋਈ। ਉੱਥੇ ਉਹ ਡਿਕਲੇਅਰ ਕਰਦੇ ਜਾਂ ਨਹੀਂ ਵੀ ਕਰਦੇ, ਤੇ ਕਿਸਾਨ ਕਮੇਟੀਆਂ ਬਣੀਆਂ, ਉਹਦੇ ਵਿੱਚ ਮਜ਼ਾਰੀਨ ਦਾ ਇੱਕ ਵੱਡਾ ਹਿੱਸਾ ਬਣਿਆ। ਤੇ ਉਹਨਾਂ ਨੂੰ ਲੱਗਿਆ ਕਿ ਹੁਣ ਕਾਨੂੰਨ ਕਮ ਸੇ ਕਮ ਸਾਡੇ ਹੱਕ ਨੂੰ ਕਮ ਸੇ ਕਮ ਸਮਝਦਾ ਹੈ। ਤੇ ਉਹ ਜ਼ਾਹਿਰ ਹੈ ਕਿ ਫਿਰ ਉਹੀ ਲੜਾਈ ਮਜ਼ਾਰੀਨ ਦੀ ਜ਼ਮੀਨ ਦੇ ਹੱਕ ਦੀ ਲੜਾਈ 'ਚ ਤਬਦੀਲ ਹੋਈ। ਜ਼ਾਹਿਰ ਹੈ ਜ਼ਮੀਨ ਦੇ ਹੱਕ ਦੀ ਲੜਾਈ ਪਿੱਛੇ ਵੀ ਚੱਲ ਰਹੀ ਸੀ, ਲੇਕਿਨ ਜਦੋਂ ਤੁਸੀਂ ਤਨਜ਼ੀਮ ਕੋਈ ਵੀ ਬਣਾਉਂਦੇ ਹੋ ਤੇ ਸ਼ੁਰੂ ਤੁਸੀਂ ਅਗਰ ਜ਼ਮੀਨ ਦੀ ਤਕਸੀਮ ਤੋਂ ਕਰੋਗੇ ਤੇ ਉਹ ਮਜ਼ਾਰੀਨ ਪਹਿਲੇ ਹੀ ਡਰ ਕੇ ਨੱਸ ਜਾਣਗੇ, ਜਾਂ ਪਹਿਲੇ ਹੀ ਜਿਹੜੀ ਜ਼ਮੀਨ ਵਾਲੇ ਤਬਕੇ ਨੇ ਉਹਨਾਂ ਨੇ ਉਹਨਾਂ ਨੂੰ ਕੁੱਟਣਾ ਸ਼ੁਰੂ ਕਰ ਦੇਣਾ, ਜਾਂ ਪਹਿਲੇ ਹੀ ਬੇਦਖਲ ਕਰਨਾ ਸ਼ੁਰੂ ਕਰ ਦੇਣਾ। ਅਸੀਂ ਵੇਖਦੇ ਹਾਂ ਕਿ ਪਾਕਿਸਤਾਨ ਦਾ ਜਿਹੜਾ ਝੁਕਾਅ ਹੈ ਉਹ ਅਮਰੀਕੀ ਸਾਮਰਾਜ ਦੇ ਵੱਲ ਰਿਹਾ। ਤੇ ਜਿਹੜੀਆਂ ਅਸੀਂ ਪਾਲਿਸੀਜ਼ ਬਣਾਈਆਂ, ਈਵਨ ਕਰਸਾਨੀ ਦੀਆਂ ਵੀ ਜਿਹੜੀਆਂ ਪਾਲਿਸੀਜ਼, ਐਗਰੇਰੀਅਨ ਪਾਲਿਸੀਜ਼ ਬਣੀਆਂ, ਸਾਰੀਆਂ ਉਹਨਾਂ ਦੇ ਹਿਸਾਬ ਦੇ ਨਾਲ ਹੀ ਅਸੀਂ ਤੈਅ ਕੀਤੀਆਂ। ਉਸ ਦੇ ਵਿੱਚ ਗ੍ਰੀਨ ਰੈਵੋਲੂਸ਼ਨ ਜਿਹੜਾ ਹੈ 60s ਦੇ ਵਿੱਚ ਸ਼ੁਰੂ ਹੋਇਆ, ਜਿਹੜਾ ਨੋਰਮਨ ਬਰਲਗ ਨੇ ਜਿਹੜਾ ਐਡਵਾਈਸ ਕੀਤਾ ਕਿ ਤੁਸੀਂ ਇਸ ਤਰ੍ਹਾਂ ਇੱਥੇ ਕਰੋ। ਤੇ ਇੱਥੇ ਸੁਣਿਆ ਕਿ GDP ਬਹੁਤ ਵੱਧ ਗਈ, ਪਾਕਿਸਤਾਨ ਦੀ 17% ਵੱਧ ਗਈ। ਤੇ ਇਸ ਦੇ ਨਾਲ ਜਿਸ ਤਰ੍ਹਾਂ ਅੰਗਰੇਜ਼ਾਂ ਦੇ ਵੇਲੇ ਸਾਡੀ ਮਾਰਕੀਟ ਗਲੋਬਲ ਮਾਰਕੀਟ ਨੂੰ ਅਸੀਂ ਮੀਟ ਕਰ ਰਹੇ ਹਾਂ, ਤੇ ਸਾਡਾ ਪਾਕਿਸਤਾਨ ਬਣਨ ਤੋਂ ਬਾਅਦ ਉਹ ਨੈਸ਼ਨਲ ਮਾਰਕੀਟ ਵੱਲ ਸਾਡਾ ਟ੍ਰੈਂਡ ਹੋਇਆ। ਤੇ ਇਹ ਸਾਰੀਆਂ ਗੱਲਾਂ ਨੂੰ ਜੋੜ ਕੇ ਤੁਸੀਂ ਜ਼ਰਾ ਸਾਨੂੰ ਕੁਝ ਦੱਸੋ ਕਿ ਇਹ ਕੀ ਸਾਰਾ ਤਾਣਾ ਬਾਣਾ ਕੀ ਹੈ। ਦੇਖੋ, ਇਹ ਜਿਹੜਾ ਸਾਮਰਾਜ ਦਾ ਮਸਲਾ ਹੈ ਇਹ ਜ਼ਰਾਤ ਦੇ ਨਾਲ ਬਹੁਤ ਗਹਿਰੇ ਤਰੀਕੇ ਨਾਲ ਜੁੜਿਆ ਹੈ। ਹੁਣ ਵੀ ਇੰਡੀਆ ਦੇ ਇਤਜਾਜਾਂ 'ਚ ਇਹ ਜਿਹੜਾ ਸਾਮਰਾਜ ਦਾ ਮਸਲਾ ਹੈ ਉਹਨੂੰ ਜੋੜੇ ਬਗੈਰ ਉਹਨਾਂ ਨੂੰ ਵੇਖਿਆ ਨਹੀਂ ਜਾ ਸਕਦਾ। ਉਹੀ ਕਹਾਣੀ 20ਵੀਂ ਸਦੀ ਦੀ ਸਾਰੀ ਜਿਹੜੀ ਕਿਸਾਨ ਤਹਿਰੀਕਾਂ ਨੇ ਉਹਨਾਂ ਦਾ ਸਾਮਰਾਜ ਦੇ ਨਾਲ ਲੜਾਈ, ਉਹ ਇੱਕ ਬੜੀ ਗਹਿਰੀ ਤੇ ਜ਼ਰੂਰੀ ਲੜਾਈ ਹੈ ਜਿਹੜੀ ਉਹ ਲੜ ਰਹੇ ਸਨ। ਜਿਹੜੀ ਆਜ਼ਾਦੀ ਤੋਂ ਪਹਿਲੇ ਦੀ ਤਹਿਰੀਕਾਂ ਨੇ ਉਹ ਤੇ ਬੜੇ ਕਲੀਅਰਲੀ ਬੜੇ ਵਾਜ਼ੇ ਤੌਰ 'ਤੇ ਕਹਿ ਰਹੀਆਂ ਸਨ ਕਿ ਸਾਡਾ ਅਨਾਜ ਤੇ ਸਾਡਾ ਕਪਾਹ ਉਹ ਇੰਟਰਨੈਸ਼ਨਲ ਮੰਡੀ ਦੇ ਨਾਲ ਜੁੜਿਆ ਹੈ। ਉਹ ਕਿਉਂਕਿ ਅਸੀਂ ਤੇ ਅੰਗਰੇਜ਼ਾਂ ਵਾਸਤੇ ਉਹਨੂੰ ਪ੍ਰੋਡਿਊਸ ਕਰ ਰਹੇ ਸਾਂ, ਤੇ ਉਹ ਸਿੱਧਾ ਜਿਹੜਾ ਹੈ ਉਹ ਚੜ੍ਹਦਾ ਸੀ ਟ੍ਰੇਨਾਂ ਤੋਂ ਕਰਾਚੀ, ਤੇ ਕਰਾਚੀ ਤੋਂ ਵੱਡੀਆਂ ਮੰਡੀਆਂ ਵੱਲ, ਬਿਲਕੁਲ ਵੱਡੀਆਂ ਮੰਡੀਆਂ ਵੱਲ। ਤੇ ਉਹਦਾ ਜਿਹੜੀ ਬਾਹਰ ਦੀ ਮੰਡੀ ਦਾ ਕ੍ਰਾਈਸਿਸ ਸੀ, ਉਹਦੇ ਨਤੀਜੇ 'ਚ ਹੀ ਇੱਥੇ ਬਾਰ-ਬਾਰ ਕਹਿਤ ਪੈਂਦਾ ਸੀ। ਲੋਕੀ ਭੁੱਖੇ ਮਰਦੇ ਰਹੇ। ਬੰਗਾਲ ਦਾ ਤੇ ਪਤਾ ਹੈ, ਪੰਜਾਬ 'ਚ ਵੀ ਜਿਹੜਾ ਹੈ ਉਹ ਕਹਿਤ ਪੈਂਦਾ ਰਿਹਾ ਇਸ ਵਜ੍ਹਾ ਤੋਂ ਕਿ ਅਸੀਂ ਇੰਟਰਨੈਸ਼ਨਲ ਮੰਡੀ ਦੇ ਨਾਲ ਜੁੜੇ ਹੋਏ ਸਾਂ। ਤੇ ਜਦੋਂ ਪਾਕਿਸਤਾਨ ਬਣਿਆ ਤੇ ਇੰਡੀਆ ਦੀ ਵੀ ਕਹਾਣੀ ਇੰਝ ਹੀ ਹੈ ਕਿ ਉੱਥੇ ਇੱਕ ਤੇ ਜਿਹੜੇ ਨੈਸ਼ਨਲ ਪਾਲਿਸੀ ਬਣਾਉਣ ਵਾਲੇ ਸਨ, ਯਾਨੀ ਜਿਹੜੇ
ਇੱਥੇ ਦੀ ਹਕੂਮਤ ਸੀ, ਉਹਨੇ ਵੀ ਇਹੀ ਫੈਸਲਾ ਕੀਤਾ ਕਿ ਸਾਨੂੰ ਆਪਣਾ ਜਿਹੜੀ ਜ਼ਰਾਤ ਹੈ ਉਹਨੂੰ ਆਪਣੇ ਮੁਲਕ ਦੇ ਵਾਸਤੇ ਉਹਦੀ ਤਰਫ ਉਹਨੂੰ ਲੈ ਕੇ ਜਾਣਾ ਚਾਹੀਦਾ। ਉਹਦੇ ਦੋ ਹਿੱਸੇ ਸਨ। ਇੱਕ ਤੇ ਸਨਅਤਕਾਰੀ ਜਿਹੜੀ ਹੈ ਉਹ ਬਜਾਏ ਹੈ ਕਿ ਅਸੀਂ ਅੰਗਰੇਜ਼ਾਂ ਦੀ ਕਾਟਨ ਮਿਲਾਂ ਨੂੰ ਜਾਂ ਜਿਨਿੰਗ ਦੇ ਵਾਸਤੇ ਕਾਟਨ ਭੇਜੀਏ, ਉਹਨੂੰ ਆਪਣੀ ਫੈਕਟਰੀਆਂ 'ਚ ਅਸੀਂ ਲੈ ਕੇ ਆਈਏ। ਦੂਜਾ, ਅਸੀਂ ਆਪਣੀ ਜਿਹੜੀ ਆਬਾਦੀ ਹੈ ਉਹਨੂੰ ਅਨਾਜ ਪਹਿਲੇ ਦੇ ਸਕੀਏ, ਬਜਾਏ ਹੈ ਕਿ ਅਸੀਂ ਬਾਹਰ ਦੀ ਫੌਜਾਂ ਦਾ ਅਨਾਜ ਪੂਰਾ ਕਰਦੇ ਰਹੀਏ। ਉਹ ਤਬਦੀਲੀ ਸਾਮਰਾਜ ਜਾਂ ਅਮਰੀਕੀ ਜਿਹੜੀ ਪਾਲਿਸੀ ਸੀ ਉਹਦੇ ਨਾਲ ਵੀ ਜੁੜਦੀ ਸੀ, ਕਿਉਂਕਿ ਅਮਰੀਕਾ ਨੂੰ ਇਹ ਸਮਝ ਆਇਆ, ਕਿਉਂਕਿ ਅਮਰੀਕੀ ਸਾਮਰਾਜ ਥੋੜਾ ਮੁਖਤਲਿਫ ਸੀ ਬਰਤਾਨਵੀ ਸਾਮਰਾਜ ਤੋਂ। ਉਹਨਾਂ ਨੂੰ ਇਹ ਸਮਝ ਆਇਆ ਕਿ ਉਹਨਾਂ ਨੂੰ ਸਭ ਤੋਂ ਵੱਡਾ ਡਰ ਸੀ ਕਮਿਊਨਿਜ਼ਮ ਤੋਂ, ਤੇ ਉਹਨਾਂ ਨੂੰ ਲੱਗਿਆ ਕਿ ਅੰਗਰੇਜ਼ੀ ਸਾਮਰਾਜ ਜਾਂ ਬ੍ਰਿਟਿਸ਼ ਸਾਮਰਾਜ ਨੇ ਇਹ ਸੂਰਤ ਹਾਲ ਕ੍ਰੀਏਟ ਕਰ ਦਿੱਤੀ ਹੈ ਪੂਰੀ ਦੁਨੀਆ 'ਚ ਕਿ ਹੁਣ ਕਮਿਊਨਿਸਟ ਇਨਕਲਾਬ ਆ ਜਾਏਗਾ। ਤੇ ਉਹਨੂੰ ਅਸੀਂ ਆਹਿਸਤਾ ਆਹਿਸਤਾ ਥੋੜ੍ਹੇ ਬਹੁਤ ਕਿਸਾਨਾਂ ਨੂੰ ਚੀਜ਼ਾਂ ਦੇ ਕੇ ਜਾਂ ਲੋਕਾਂ ਨੂੰ ਚੀਜ਼ਾਂ ਦੇ ਕੇ ਉਹਨੂੰ ਕਿਵੇਂ ਤੋੜੀਏ। ਉਹਦੇ ਨਾਲ ਹੀ ਗ੍ਰੀਨ ਰੈਵੋਲੂਸ਼ਨ ਜੁੜ ਜਾਂਦੀ ਹੈ, ਕਿਉਂਕਿ ਉਹਨੂੰ ਗ੍ਰੀਨ ਰੈਵੋਲੂਸ਼ਨ ਜਿਹੜੀ ਹੈ ਉਹ ਰੈੱਡ ਰੈਵੋਲੂਸ਼ਨ ਦੇ ਕਾਊਂਟਰ 'ਚ ਉਹਨਾਂ ਨੇ ਉਹਨੂੰ ਕ੍ਰੀਏਟ ਕੀਤਾ। ਹਾਂ, ਉਹਦਾ ਨਾਂ ਹੀ ਉਹਨਾਂ ਨੇ ਗ੍ਰੀਨ ਰੈਵੋਲੂਸ਼ਨ ਇਸ ਬੁਨਿਆਦ ਤੇ ਰੱਖਿਆ ਕਿ ਇਹ ਰੈੱਡ ਰੈਵੋਲੂਸ਼ਨ ਦੇ ਖਿਲਾਫ ਹੈ। ਤੇ ਉਹ ਕਹਾਣੀ ਮੇਰਾ ਖਿਆਲ ਹੈ ਬੜੀ ਜ਼ਰੂਰੀ ਹੈ ਸਾਨੂੰ ਸਮਝਣੀ ਕਿ ਇਹ ਸਾਮਰਾਜ ਦੀ ਪਾਲਿਸੀਆਂ ਕਿਵੇਂ ਉਹਦੇ ਨਾਲ ਜੁੜਦੀਆਂ ਨੇ। ਜੀ, ਤੇ ਉਸੇ ਨਾਲ ਲੇਕਿਨ ਇਸ ਸਾਰੀ ਗੱਲ ਨੂੰ ਸਮਝਦਿਆਂ ਹੋਇਆਂ ਜਿਹੜੀ ਸਾਡੀ ਲੈਫਟ ਦੀ ਪੋਲਿਟਿਕਸ ਹੈ ਸਮਝਦੀ ਵੀ ਰਹੀ ਹੈ, ਉਸ ਤੋਂ ਬਾਅਦ ਨਾ ਤੇ ਉਹ ਕਿਸਾਨ ਕਾਨਫਰੰਸਿਸ ਰੁਕੀਆਂ, ਨਾ ਕਿਸਾਨਾਂ ਨੇ ਮੁਜ਼ਾਹਰਿਆਂ ਨੇ ਆਪਣੇ ਹੱਕ ਵਿੱਚ ਆਵਾਜ਼ ਚੁੱਕਣੀ ਬੰਦ ਕੀਤੀ ਹੈ। ਉਹ ਤੁਸੀਂ ਸਾਰਾ ਵੇਖਦੇ ਜੋ ਸਾਰੀ 50s ਦੇ ਵਿੱਚ, 60s ਦੇ ਵਿੱਚ, 70s ਦੇ ਵਿੱਚ ਕਾਨਫਰੰਸਿਸ ਹੁੰਦੀਆਂ ਨਹੀਂ। ਹੱਤਾ ਕਿ 1970 ਦੇ ਵਿੱਚ ਜਿਹੜੀ ਅਬਦੁਲ ਹਮੀਦ ਭਾਸ਼ਾਨੀ ਦੀ ਸਦਾਰਤ ਦੇ ਵਿੱਚ ਇੱਕ ਕਾਨਫਰੰਸ ਹੋਈ ਹੈ, ਬੜੀ ਜ਼ਬਰਦਸਤ ਕਾਨਫਰੰਸ ਹੋਈ ਹੈ, ਕਿਸਾਨ ਕਾਨਫਰੰਸ। ਉਹ ਵੀ ਗਾਲਿਬਨ ਟੋਬਾ ਟੇਕ ਸਿੰਘ ਦੇ ਵਿੱਚ ਹੀ ਹੋਈ, ਤੇ ਇਸ ਤੋਂ ਪਹਿਲੇ ਬਹੁਤ ਸਾਰੇ ਸ਼ਹਿਰਾਂ ਵਿੱਚ ਹੁੰਦੀਆਂ ਹਨ, ਖਾਨੇਵਾਲ, ਕਬੀਰਵਾਲਾ, ਪਿਸ਼ਾਵਰ, ਬਹੁਤ ਸਾਰੀਆਂ ਥਾਵਾਂ। ਇਹਦੇ ਵਿੱਚ ਤਾਂ ਫੈਜ਼ ਵੀ ਸ਼ਾਮਲ ਹੋਏ ਇਸ ਕਾਨਫਰੰਸ ਦੇ ਵਿੱਚ। ਤੇ ਇਸ ਕਾਨਫਰੰਸ ਦੀ ਸਭ ਤੋਂ ਵੱਡੀ ਗੱਲ ਹੈ ਕਿ ਇਹਦੇ ਵਿੱਚ ਬਹੁਤ ਸਾਰੀਆਂ ਜ਼ਨਾਨੀਆਂ ਵੀ ਸ਼ਾਮਲ ਹੋਈਆਂ, ਤੇ ਯਾਨੀ ਤੇ ਇਸ ਦੇ ਨਤੀਜੇ ਵਿੱਚ ਲੈਂਡ ਰਿਫਾਰਮਸ ਵੀ ਹੋਈਆਂ ਪੰਜਾਬ ਦੇ ਵਿੱਚ। ਉਹਨਾਂ ਲੈਂਡ ਰਿਫਾਰਮਸ ਦੇ ਬਾਰੇ ਵੀ ਕੁਝ ਦੱਸੋ। ਨਹੀਂ, ਵੇਖੋ, ਲੈਂਡ ਰਿਫਾਰਮ ਤੇ ਬਹੁਤ ਸੀਰੀਅਸ ਇੱਥੇ ਕੋਈ ਨਹੀਂ ਹੋਇਆ। ਤਹਿਰੀਕ ਤਗੜੀ ਸੀ, ਲੇਕਿਨ ਉਹਦੇ ਵਿੱਚ ਲੈਂਡ ਜਿੰਨੇ ਕਬਜ਼ੇ ਤਹਿਰੀਕ ਨੇ ਖੁਦ ਕਾਫੀ ਘੱਟ ਕੀਤੇ, ਕਿਉਂਕਿ ਤਹਿਰੀਕ ਖੁਦ ਕਬਜ਼ੇ ਨਹੀਂ ਕਰ ਰਹੀ ਸੀ ਤੇ ਉਹ ਹਕੂਮਤ ਦੇ ਕੋਲ ਜਾਂਦੀ ਸੀ ਕਿ ਤੁਸੀਂ ਜ਼ਮੀਨਾਂ ਵੰਡ ਦਿਓ। ਤੇ ਹਕੂਮਤ ਨੇ ਤੇ ਇੱਥੇ ਚੁੱਕੇ ਇੱਥੇ ਦੇ ਵਡੇਰਿਆਂ ਤੇ ਵੱਡੇ ਜ਼ਮੀਂਦਾਰਾਂ ਦੇ ਕਬਜ਼ੇ 'ਚ ਸੀ, ਤੇ ਉਹਨਾਂ ਨੇ ਉਹ ਹੋਣ ਨਹੀਂ ਦੇਣਾ ਸੀ। ਹੁਣ ਉਹ ਮਜ਼ੇ ਦੀ ਗੱਲ ਹੈ ਕਿ ਜਿਹੜੀ 59 ਦੇ ਲੈਂਡ ਰਿਫਾਰਮ ਨੇ, ਇੱਕ ਪਾਸੇ ਤੇ ਉਹ ਤਹਿਰੀਕ ਦੀ ਵਜ੍ਹਾ ਤੋਂ ਹੋਏ, ਇਹ ਤੇ ਬੜੀ ਵਾਜ਼ਿਹ ਗੱਲ ਹੈ। ਅਗਰ ਤਹਿਰੀਕ ਨਾ ਹੁੰਦੀ ਤੇ ਉਹ ਲੈਂਡ ਰਿਫਾਰਮ ਦੀ ਗੱਲ ਜਿਹੜੀ ਅਯੂਬ ਦੀ ਮਿਲਟਰੀ ਡਿਕਟੇਟਰਸ਼ਿਪ 'ਚ ਹੋਈ, ਉਹ ਹੋਣੀ ਨਹੀਂ ਸੀ। ਲੇਕਿਨ ਉਹ ਅਮਰੀਕੀ ਸਾਮਰਾਜ ਦੀ ਪਾਲਿਸੀ ਦੇ ਨਾਲ ਵੀ ਜੁੜੀ ਸੀ, ਕਿਉਂਕਿ ਅਮਰੀਕੀ ਸਾਮਰਾਜ ਨੇ ਇਹ ਕਿਹਾ ਕਿ ਤੇ ਇਹ ਤਾਇਵਾਨ ਜਾਂ ਤੁਸੀਂ ਸਾਊਥ ਕੋਰੀਆ ਦੀ ਅਗਰ ਐਗਜ਼ਾਮਪਲ ਲਵੋ ਤਾਂ ਉੱਥੇ ਪਤਾ ਲੱਗਦਾ ਹੈ ਕਿ ਵੈਸੇ ਅਮਰੀਕੀ ਫੌਜ ਬੈਠੀ ਹੈ ਲੇਕਿਨ ਉਹਨਾਂ ਨੇ ਲੈਂਡ ਰਿਫਾਰਮ ਕੀਤਾ। ਔਰ ਇਹਨਾਂ ਨੇ ਕਿਹਾ ਤੁਸੀਂ ਲੈਂਡ ਰਿਫਾਰਮ ਖੁਦ ਕਰਦੇ ਹੋ ਇਸ ਤੋਂ ਪਹਿਲੇ ਕਿ ਤਹਿਰੀਕਾਂ ਕਰ ਲੈਣ ਤੇ ਇਨਕਲਾਬ ਆ ਜਾਏ। ਤੇ ਉਹ 59 ਦਾ ਜਿਹੜਾ ਲੈਂਡ ਰਿਫਾਰਮ ਹੈ ਉਹ ਉਸ ਕਹਾਣੀ ਦੇ ਵਿੱਚ ਵੇਖਣਾ ਚਾਹੀਦਾ ਹੈ, ਜਿਹਦੇ ਵਿੱਚ ਜ਼ਾਹਿਰ ਹੈ ਕਿ ਬਹੁਤ ਮਾਮੂਲੀ ਜੀ ਹੈ ਲੈਂਡ, ਬਿਲਕੁਲ ਕੁਝ ਵੀ ਨਹੀਂ ਹੈ। 500 ਏਕੜ ਦੀ ਲਿਮਿਟ ਹੈ। ਹਾਂ, ਲਿਮਿਟ ਯਾਨੀ ਪਹਿਲੀ ਵਾਰ ਲਿਮਿਟ ਆ ਰਹੀ, ਪਰ ਇਹ ਲਿਮਿਟ ਹੀ ਨਹੀਂ ਹੈ ਰੱਖਣ ਦੀ। ਤੇ ਇਹਨਾਂ ਨੇ ਅਮਰੀਕੀ ਐਡਵਾਈਸ ਹੈ ਲਿੱਤੀ ਨਹੀਂ, ਕਿਉਂਕਿ ਅਮਰੀਕਾ ਨੇ ਜਦੋਂ ਸਾਊਥ ਕੋਰੀਆ ਜਾਂ ਤਾਇਵਾਨ 'ਚ ਕੀਤਾ ਤੇ ਉੱਥੇ 5-5 10-10 ਏਕੜ ਦੀ ਲਿਮਿਟ ਲਾਈ, 20 ਏਕੜਾਂ ਦੀ ਜ਼ਿਆਦਾ ਤੋਂ ਜ਼ਿਆਦਾ। ਅਸੀਂ ਇੱਥੇ 500 ਏਕੜ ਦੀ ਲਿਮਿਟ ਲਾਈ, ਤੇ ਉਹਦੀ ਵਜ੍ਹਾ ਤੋਂ ਤਹਿਰੀਕ ਨੇ ਤਾਂ ਵੈਸੇ ਵੀ ਚੱਲਦੇ ਰਹਿਣਾ ਸੀ। ਮੇਰਾ ਨਹੀਂ ਖਿਆਲ ਉਹ ਟੁੱਟਣੀ ਸੀ ਅਗਰ ਲੈਂਡ ਰਿਫਾਰਮ ਚੰਗਾ ਵੀ ਹੋ ਜਾਂਦਾ। ਲੇਕਿਨ ਚੂँਕਿ ਇਹਨਾਂ ਨੇ ਲੈਂਡ ਰਿਫਾਰਮ ਐਸਾ ਕੀਤਾ ਕਿ ਤੁਸੀਂ ਕਹੋ ਕਿ ਨਾ ਹੀ ਕਰਦੇ, ਇਹੋ ਜਿਹਾ ਲੈਂਡ ਰਿਫਾਰਮ ਸੀ, ਤੇ
ਉਸ ਦੀ ਵਜ੍ਹਾ ਤੋਂ ਫਿਰ ਤਹਿਰੀਕ ਤਗੜੀ ਹੁੰਦੀ ਰਹੀ ਤੇ ਗ੍ਰੀਨ ਰੈਵੋਲੂਸ਼ਨ ਨੇ ਵੀ ਤਹਿਰੀਕ ਨੂੰ ਨਹੀਂ ਤੋੜਿਆ, ਕਿਉਂਕਿ ਗ੍ਰੀਨ ਰੈਵੋਲੂਸ਼ਨ ਹੁੰਦੀ ਹੈ, ਇਹ ਬਹੁਤ ਇੰਪੋਰਟੈਂਟ ਗੱਲ ਹੈ। ਹਾਂ, ਗ੍ਰੀਨ ਰੈਵੋਲੂਸ਼ਨ ਹੁੰਦੀ ਹੈ 65 ਚ, ਤੇ ਟੋਬੇ ਦੀ ਕਾਨਫਰੰਸ ਜਿਹੜੀ ਤੁਸੀਂ ਜ਼ਿਕਰ ਕਰ ਰਹੇ ਹੋ, ਜਿਹੜੀ ਹੁਣ ਤੱਕ ਪੰਜਾਬ ਦੀ ਸਭ ਤੋਂ ਵੱਡੀ ਕਿਸਾਨਾਂ ਦੀ ਗੈਦਰਿੰਗ ਹੈ ਪਿਛਲੇ 70-80 ਸਾਲਾਂ 'ਚ, ਉਹ 1970 ਚ ਹੁੰਦੀ ਹੈ। ਇਹਦਾ ਮਤਲਬ ਹੈ ਕਿ ਗ੍ਰੀਨ ਰੈਵੋਲੂਸ਼ਨ ਦੇ ਬਾਅਦ ਵੀ ਕ੍ਰਾਈਸਿਸ ਵੱਧ ਰਿਹਾ ਹੈ, ਘਟ ਨਹੀਂ ਰਿਹਾ। ਹਾਂ, ਸਾਫ ਹੈ। ਤੇ ਉੱਥੇ ਵੀ ਵੈਸੇ ਕਿਹਾ ਜਾਂਦਾ ਹੈ ਕਿ ਸਾਡੇ ਵੱਲ 65 ਤੋਂ ਪਹਿਲੇ ਹੀ ਸ਼ੁਰੂ ਹੋ ਗਈ ਸੀ ਗ੍ਰੀਨ ਰੈਵੋਲੂਸ਼ਨ ਦਾ ਜਿਹੜਾ ਹੈ, ਜੋ ਐਡਵਾਈਸ ਆਈ ਹੈ ਜੋ, ਤੇ ਇੰਡੀਆ ਤੋਂ ਪਹਿਲੇ ਪਾਕਿਸਤਾਨ ਸਾਡੇ ਪੰਜਾਬ ਵਿੱਚ ਪਹਿਲੇ ਸਟਾਰਟ ਹੋਈ ਹੈ, ਕਿ ਥੋੜਾ ਬਹੁਤ ਫਰਕ ਹੋਏਗਾ ਥੋੜੇ ਦਿਨਾਂ ਦਾ। ਤੇ ਇੰਡੀਆ ਨੂੰ ਤੇ ਉਸਨੇ ਬ੍ਰੈਡ ਬਾਸਕਟ ਬਣਾ ਦਿੱਤਾ, ਇੰਡੀਆ ਦੀ ਯਾਨੀ ਪੰਜਾਬ ਨੂੰ, ਚੜ੍ਹਦੇ ਪੰਜਾਬ ਨੂੰ ਬ੍ਰੈਡ ਬਾਸਕਟ ਬਣਾ ਦਿੱਤਾ, ਤੇ ਸਾਡੇ ਵੱਲ ਤਾਂ ਇਹ ਸਿਚੁਏਸ਼ਨ ਨਹੀਂ ਆਈ। ਤੇ ਇਹ ਕੀ ਵਜ੍ਹਾ ਹੈ ਕਿ ਸਾਡੇ ਵੱਲ ਇਹ ਸਿਚੁਏਸ਼ਨ ਨਹੀਂ ਆਈ ਕਿ ਅਸੀਂ ਵੀ ਬ੍ਰੈਡ ਬਾਸਕਟ ਖਵਾਈਏ? ਦੇਖੋ, ਮੈਂ ਤੇ ਦੂਜੀ ਗੱਲ ਕਰਾਂਗਾ ਕਿ ਇਹ ਕਿਹੋ ਜਿਹੀ ਬ੍ਰੈਡ ਬਾਸਕਟ ਹੈ ਜਿਹਦੇ ਵਿੱਚ ਸਭ ਨੂੰ ਖਾਣਾ ਮਿਲ ਰਿਹਾ ਹੈ ਲੇਕਿਨ ਕਿਸਾਨ ਨੂੰ ਨਹੀਂ ਮਿਲ ਰਿਹਾ। ਉਹੀ ਕਹਾਣੀ ਇੰਡੀਆ ਦੀ ਹੈ ਜਿਹੜੀ ਇੱਥੇ, ਕਿ ਬਈ ਇੱਥੇ ਇਹ ਗੱਲ ਠੀਕ ਹੈ ਕਿ ਗ੍ਰੀਨ ਰੈਵੋਲੂਸ਼ਨ ਦੇ ਬਾਅਦ ਜਿਹੜੀ ਪੈਦਾਵਾਰ ਹੈ ਉਹ ਦੁੱਗਣੀ ਹੋ ਗਈ। ਤੁਸੀਂ ਕਿਸਾਨਾਂ ਨਾਲ ਗੱਲ ਕਰੋ ਤੇ ਉਹ ਦੱਸਦੇ ਨੇ ਕਿ ਵੀ ਕਣਕ ਜਿਹੜੀ ਹੈ ਉਨੀ ਕਦੀ ਆਈ ਨਹੀਂ ਜਿੰਨੀ ਗ੍ਰੀਨ ਰੈਵੋਲੂਸ਼ਨ ਦੇ ਬਾਅਦ ਆਈ, ਲੇਕਿਨ ਉਸ ਦੇ ਬਾਵਜੂਦ ਮਤਲਬ ਕਿਸਾਨ ਦੀ ਪੈਦਾਵਾਰ 2 ਗੁਣਾ ਹੋ ਜਾਏ, 3 ਗੁਣਾ ਹੋ ਜਾਏ, ਲੇਕਿਨ ਕਿਸਾਨ ਉਹਨਾਂ ਦਾ ਉਨਾ ਹੀ ਗਰੀਬ ਰਵੇ। ਇਹ ਕਹੀ ਜਿਹੀ ਤਬਦੀਲੀ ਹੈ। ਉਹ ਮਸਲਾ ਅੰਗਰੇਜ਼ਾਂ ਦੇ ਦੌਰ ਦੇ ਨਾਲ ਹੀ ਜੁੜਦਾ ਹੈ, ਜਿਹੜਾ ਮੈਂ ਪਹਿਲੇ ਵੀ ਜ਼ਿਕਰ ਕਰ ਰਿਹਾ ਸੀ ਕਿ ਇੱਕ ਇੱਥੇ ਮਿਥ ਬਣੀ ਹੋਈ ਹੈ ਕਿ ਵੀ ਅੰਗਰੇਜ਼ਾਂ ਨੇ ਇੱਥੇ ਦੇ ਕਿਸਾਨ ਨੂੰ ਬੜਾ ਖੁਸ਼ਹਾਲ ਕਰ ਦਿੱਤਾ। ਉਹ ਖੁਸ਼ਹਾਲ ਕੋਈ ਨਹੀਂ ਹੋਇਆ ਸੀ। ਮਸਲਾ ਇਹ ਹੈ ਕਿ ਵੀ ਤੁਸੀਂ ਜਿੰਨਾ ਮਰਜ਼ੀ ਮਜ਼ਦੂਰ ਬਣਾ ਲਵੇ ਜਾਂ ਜਿੰਨਾ ਮਰਜ਼ੀ ਕਿਸਾਨ ਉਗਾ ਲਵੇ, ਅਗਰ ਉਹਨੂੰ ਉਹਦਾ ਰੇਟ ਨਹੀਂ ਠੀਕ ਲੱਭਣਾ, ਜਾਂ ਉਹਦਾ ਜਿਹੜਾ ਮੁਨਾਫਾ ਕਿਸਾਨ ਦੀ ਮਿਹਨਤ ਦੇ ਉੱਤੇ ਕਿਸਾਨ ਨੂੰ ਮਿਲਣਾ ਚਾਹੀਦਾ ਹੈ, ਖੇਤ ਮਜ਼ਦੂਰ ਨੂੰ ਮਿਲਣਾ ਚਾਹੀਦਾ ਹੈ, ਅਗਰ ਉਹ ਹੋਰ ਜਗ੍ਹਾ ਤੇ ਜਾਏਗਾ ਤੇ ਕਿਸਾਨ ਜਿੰਨਾ ਮਰਜ਼ੀ ਪੈਦਾ ਕਰ ਲਵੇ ਉਹਦਾ ਤੇ ਕੋਈ ਫਾਇਦਾ ਨਹੀਂ। ਤੇ ਉਹ ਕਹਾਣੀ ਗ੍ਰੀਨ ਰੈਵੋਲੂਸ਼ਨ ਦੇ ਨਾਲ ਵੀ ਜੁੜੀ ਹੋਈ ਹੈ ਕਿ ਤੁਸੀਂ ਕਿਸਾਨ ਨੇ ਅਗਰ ਪੈਦਾਵਾਰ बढ़ा ਦਿੱਤੀ, ਉਹਨੂੰ ਖੁਦ ਕੋਈ ਫਾਇਦਾ ਨਹੀਂ ਹੋਇਆ, ਬਲਕਿ ਉਹਦੀ ਜ਼ਮੀਨ ਕਿਉਂਕਿ ਤੇ ਲੈਂਡ ਦੀ ਫਾਰਮਸ ਹੀ ਨਹੀਂ ਹਨ, ਤੇ ਜਿੰਨਾ ਫਾਇਦਾ ਹੋ ਰਿਹਾ ਉਹ ਤਾਂ ਵੱਡੀਆਂ ਜਗੀਰਾਂ ਨੂੰ ਹੋ ਰਿਹਾ, ਵੱਡੇ ਜਿਹੜੇ ਵੱਡੇ ਲੈਂਡ ਓਨਰਸ ਨੂੰ ਹੋ ਰਿਹਾ ਨਾ ਫਾਇਦਾ, ਕਿਸਾਨ ਨੂੰ ਤਾਂ ਉਹਦਾ ਫਾਇਦਾ ਉਸ ਤਰ੍ਹਾਂ ਹੋਇਆ ਹੀ ਨਹੀਂ ਹੈ। ਤੇ ਉਸ ਦੇ ਨਤੀਜੇ ਦੇ ਵਿੱਚ ਜਿਹੜੀ ਭੋਇੰ ਦੀ ਕੁਆਲਿਟੀ ਤਬਾਹ ਹੋਈ ਹੈ, ਜਿਹੜਾ ਈਕੋਸਿਸਟਮ ਤਬਾਹ ਹੋਇਆ, ਉਹ ਵੀ ਅਖੀਰ ਹੈ। ਅੱਜ ਪੈਸਟੀਸਾਈਡਸ ਤੇ ਇਨਸੈਕਟੀਸਾਈਡਸ ਤੇ ਕਿਸ ਤਰ੍ਹਾਂ ਅਸੀਂ ਕੀ ਇਸਤੇਮਾਲ ਕਰ ਰਹੇ ਹਾਂ, ਸਾਰਾ ਕੁਝ, ਤੇ ਜਿਹੜਾ ਹਾਈਬ੍ਰਿਡ ਸੀਡ ਹੈ ਉਸਨੇ ਕਿਸ ਤਰ੍ਹਾਂ ਕੁਝ ਲੋਕ ਕਹਿੰਦੇ ਨੇ ਕਿ ਕੈਂਸਰ ਦੀ ਵਜ੍ਹਾ ਹੈ, ਕੁਝ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅੱਜ ਕੱਲ੍ਹ ਹੋ ਰਹੀਆਂ। ਤੇ ਗ੍ਰੀਨ ਰੈਵੋਲੂਸ਼ਨ ਦਾ ਤਾਂ ਤੇ ਉਸ ਸਭ ਨੇ ਜਿਹੜੀਆਂ ਪੂਰੀ ਇਨਸਾਨੀਅਤ ਦੇ ਨਾਲ ਕੀ ਖੇਡ ਖੇਡੀ ਹੈ ਅਸਲ ਦੇ ਵਿੱਚ। ਅੱਛਾ, ਹੁਣ ਅੱਜ ਦੀ ਸੂਰਤ ਹਾਲ ਦੀ ਅਸੀਂ ਗੱਲ ਕਰਨੀ ਹੈ ਕਿ ਜਿਸ ਤਰ੍ਹਾਂ ਦੂਸਰੇ ਚੜ੍ਹਦੇ ਪੰਜਾਬ ਦੇ ਵਿੱਚ ਕਿਸਾਨ ਉੱਠੇ, ਇਹਨਾਂ ਅਸਲ ਦੇ ਵਿੱਚ ਤਾਂ ਉਸੀ ਮਾਰਕੀਟ, ਅਸਲ ਲੜਾਈ ਤੇ ਇਹੀ ਹੈ ਕਿ ਜਿਹੜੀ ਗਵਰਨਮੈਂਟ ਹੈ ਉਹਨਾਂ ਦੀ, ਉਹ ਮਾਰਕੀਟ ਹੀ ਕਾਰਪੋਰੇਟਸ ਨੂੰ ਦੇ ਰਹੀ ਹੈ, ਖਤਮ ਮਾਰਕੀਟ ਜਿਹੜੀ ਹੈ ਉਹੀ ਉਹਨਾਂ ਦੇ ਹਵਾਲੇ ਕਰ ਰਹੀ ਹੈ, ਤੇ ਸਟੇਟ ਦੀ ਆਪਣੀ ਜਿਹੜੀ ਓਨਰਸ਼ਿਪ ਹੈ ਉਸ ਨੂੰ ਵੀ ਆਪਣੀ ਬਜਾਏ ਉਹਨਾਂ ਨੂੰ ਸਾਰਾ ਕੁਝ ਕਰ ਰਹੀ ਹੈ, ਤੇ ਉਹਨਾਂ ਨੂੰ ਵੀ ਕਿਸਾਨਾਂ ਨੂੰ ਵੀ ਉਹਨਾਂ ਦੇ ਪੱਲੇ ਪਾ ਰਹੀ ਹੈ। ਤੇ ਸਾਡੇ ਵੱਲ ਹੁਣ ਕੀ ਸਿਚੁਏਸ਼ਨ ਹੈ, ਪਾਣੀ ਦੀ ਕੀ ਸਿਚੁਏਸ਼ਨ ਹੈ, ਕਿਹੜੀਆਂ ਜਿਹੜੀਆਂ ਫਸਲਾਂ ਹਨ ਉਹ ਜਿਹੜੀਆਂ ਕਿਸਾਨ ਦੇ ਹੱਕ ਵਿੱਚ ਹਨ, ਕਿਹੜੀਆਂ ਨਹੀਂ ਹਨ। ਜਿਸ ਤਰ੍ਹਾਂ ਸ਼ੂਗਰ ਮਿਲਾਂ ਦਾ ਹੈ, ਸਾਡੇ ਵੱਲ ਬਹੁਤ ਸਾਰੇ ਇਲਾਕੇ ਨੂੰ ਉੱਥੇ ਗੰਨਾ ਸਿਰਫ ਬਿਜਵਾਇਆ ਜਾ ਰਿਹਾ ਕਿਉਂਕਿ ਉੱਥੇ ਸ਼ੂਗਰ ਮਿਲਾਂ ਬਣਾਤੀਆਂ ਗਈਆਂ, ਹਾਲਾਂਕਿ ਉੱਥੋਂ ਦੀ ਜਿਹੜੀ ਭੋਏ ਹੈ ਉਹ ਗੰਨੇ ਵਾਸਤੇ ਮੁਨਾਸਬ ਨਹੀਂ, ਉਹ ਸ਼ਾਇਦ ਕਪਾਹ ਵਾਸਤੇ ਠੀਕ ਹੈ ਜਾਂ ਉਹ ਕਣਕ ਵਾਸਤੇ ਠੀਕ ਹੈ, ਪਰ ਉੱਥੇ ਕਿਉਂਕਿ ਸ਼ੂਗਰ ਮਿਲਾਂ ਬਣਾਤੀਆਂ ਗਈਆਂ ਤਾਂ ਕਿ ਉਹਨਾਂ ਨੂੰ ਫਾਇਦਾ ਹੋਏ ਜਿਹੜੇ ਸਰਮਾਇਆਦਾਰ ਲੋਕ ਹਨ। ਤੇ ਇਹ ਜਿਹੜਾ ਸਾਰਾ ਸੀਨ ਹੈ
ਉਸ ਤੇ ਜ਼ਰਾ ਤੁਸੀਂ ਦੱਸੋ ਉਸ ਦੇ ਬਾਰੇ। ਦੇਖੋ ਮੈਂ ਗੱਲ ਕਰਾਂਗਾ ਜਿਹੜੇ ਹੋ ਸਕਦਾ ਹੈ ਲੋਕਾਂ ਨੂੰ ਮੇਰੇ ਖਿਆਲ ਹੈ ਸੋਚਣ ਦੀ ਇਹ ਲੋੜ ਹੈ, ਉਹ ਇਹ ਹੈ ਕਿ ਜਿੰਨਾ ਕੁ ਅਸੀਂ ਇਹ ਪੰਜਾਬ ਦੋਵੇਂ ਪੰਜਾਬਾਂ ਦੀ ਜ਼ਮੀਨਾਂ ਦੇ ਨਾਲ ਜਿਹੜਾ ਅਸੀਂ ਹਸ਼ਰ ਕਰ ਦਿੱਤਾ ਹੈ, ਹੁਣ ਇਹ ਜ਼ਮੀਨ ਜਿਹੜੀ ਹੈ ਉਹ ਆਪਣੇ ਆਪ 'ਚ ਅਨਾਜ ਨਹੀਂ ਦੇ ਸਕਦੀ। ਇਸ ਵਜ੍ਹਾ ਤੋਂ ਅਸੀਂ ਫਰਟੀਲਾਈਜ਼ਰ, ਪੈਸਟੀਸਾਈਡ ਤੇ ਪਤਾ ਨਹੀਂ ਕੀ ਕੁਛ ਸੀਡ ਕੋਈ ਨया ਉਹਦੇ ਬਗੈਰ ਇਹ ਜ਼ਮੀਨ ਜਿਹੜੀ ਹੈ ਉਹ ਤੁਹਾਨੂੰ ਪੈਦਾਵਾਰ ਦਿੰਦੀ ਨਹੀਂ। ਇਹ ਉਹ ਜ਼ਮੀਨ ਹੈ ਜਿਹੜੀ 5 ਦਰਿਆ ਦੀ ਜ਼ਮੀਨ ਹੈ, ਜਿਹਦੇ ਵਿੱਚ ਫਲੱਡਿੰਗ ਹੁੰਦੀ ਸੀ ਹਰ ਸਾਲ, ਨया ਉਹ ਨਈ ਮਿੱਟੀ ਆਂਦੀ ਸੀ, ਉਹ ਮਿੱਟੀ ਆਪਣੇ ਆਪ 'ਚ ਇੰਨੀ ਜ਼ਰਖੇਜ਼ ਹੁੰਦੀ ਸੀ। ਉਸ ਜ਼ਮੀਨ ਦਾ ਅਸੀਂ ਹਾਲ ਇਹ ਕਰ ਦਿੱਤਾ ਹੈ ਕਿ ਉਹਦੇ ਵਿੱਚ ਅਸੀਂ ਅਗਰ ਕੋਈ 10 ਬੋਰੀਆਂ DAP ਦੀ ਨਾ ਪਾਈਏ ਤੇ ਉਹਦੇ ਵਿੱਚੋਂ ਨਿਕਲਦਾ ਕੁਝ ਨਹੀਂ। ਤੇ ਉਹ ਜਿਹੜੀ ਕਹਾਣੀ ਹੈ ਨਾ ਉਹਦੇ ਤਰਫ ਤੁਸੀਂ ਇਸ਼ਾਰਾ ਕਰ ਰਹੇ ਹੋ, ਉਹ ਬੜੀ ਸੀਰੀਅਸ ਹੈ। ਉਹੀ ਨਤੀਜਾ ਹੈ ਕਿ ਜ਼ਾਹਿਰ ਹੈ ਕਿ ਕਿਸਾਨ ਨੂੰ ਲੜਨਾ ਪੈਂਦਾ ਹੈ ਮੁxtਲਿਫ ਫਸਲਾਂ ਦੇ ਉੱਤੇ। ਉਹ ਅਗਰ ਮਤਲਬ ਹਰ ਫਸਲ ਦੇ ਆਪਣੀ ਇੱਕ ਕਹਾਣੀ ਹੈ ਵੈਸੇ ਤੇ ਉਹ ਉਹਨਾਂ ਸਾਰੀਆਂ ਦੇ ਵਿੱਚ ਜਿਹੜਾ ਹੈ ਉਹ ਨਤੀਜਾ ਇਹੀ ਹੈ ਕਿ ਹਰ ਸਾਲ ਕਿਸਾਨ ਜਿੰਨੀਆਂ ਚੀਜ਼ਾਂ ਜ਼ਮੀਨ 'ਚ ਪਾਉਂਦਾ ਹੈ ਉਹ ਵੱਧਦੀਆਂ ਜਾਂਦੀਆਂ ਨੇ, ਤੇ ਜਦੋਂ ਉਹ ਵੇਚਦਾ ਹੈ ਤੇ ਰੇਟ ਜਾਂ ਘਟਦਾ ਹੈ ਜਾਂ ਉਨਾ ਹੀ ਰਹਿੰਦਾ ਹੈ। ਕੋਈ ਖਾਸ ਫਸਲਾਂ ਐਸੀਆਂ ਜਿਹਦੇ ਉੱਤੇ ਹਕੂਮਤ ਸਬਸਿਡੀ ਦਿੰਦੀ ਹੈ ਇੱਥੇ ਬੁਨਿਆਦੀ ਤੌਰ ਤੇ ਕਣਕ ਦੇ ਉੱਤੇ ਸਪੋਰਟ ਪ੍ਰਾਈਸ ਰਹੀ ਹੈ, ਲੇਕਿਨ ਉਹ ਸਪੋਰਟ ਪ੍ਰਾਈਸ ਦਾ ਮਤਲਬ ਹੈ ਕਿ ਗਵਰਨਮੈਂਟ ਕਹਿੰਦੀ ਹੈ ਮੈਂ ਖਰੀਦਣੀ ਹੈ, ਉਹ ਖਰੀਦਦੀ ਵੀ ਹੈ, ਲੇਕਿਨ ਕਿੰਨੀ ਉਹ ਖਰੀਦਦੀ ਹੈ ਉਹ ਹਰ ਸਾਲ ਘਟਦਾ ਜਾਂਦਾ ਹੈ। ਹੁਣ ਇੰਡੀਆ 'ਚ ਉਹ ਕਾਰਪੋਰੇਟਾਈਜੇਸ਼ਨ ਵਾਲੇ ਕਾਨੂੰਨ ਆਏ, ਇੱਥੇ ਤੇ ਇਹ ਕਾਨੂੰਨ ਵੀ ਨਹੀਂ ਲਾਉਂਦੇ। ਇਹਨਾਂ ਨੇ ਵਰਲਡ ਬੈਂਕ ਦੇ ਨਾਲ 2020 'ਚ ਬਿਲਕੁਲ ਕੋਵਿਡ ਦਾ ਜਦੋਂ ਲੋਕਡਾਊਨ ਸ਼ੁਰੂ ਹੋਇਆ ਅਗਰੀਮੈਂਟ ਸਾਈਨ ਕੀਤੀ ਕਿ ਅਸੀਂ ਜਿਹੜੀ ਕਣਕ ਦੀ ਮੰਡੀ ਹੈ ਉਹਨੂੰ ਹੋਰ ਡੀਰੈਗੂਲੇਟ ਕਰਾਂਗੇ। ਤੇ ਉਹ ਸੇਮ ਹੋ ਰਿਹਾ ਐਕਚੁਅਲੀ, ਉਹੀ ਕਹਾਣੀ ਹੋ ਰਹੀ ਹੈ ਇੱਥੇ। ਦੂਜੇ ਪਾਸੇ ਅਸੀਂ ਪਾਕਿਸਤਾਨੀ ਉਹ ਕਾਰਪੋਰੇਟਸ ਨੂੰ ਨਹੀਂ ਦਿੱਤਾ, ਅਸੀਂ ਚਾਈਨੀਜ਼ ਕਾਰਪੋਰੇਟਸ ਨੂੰ ਕਿਹਾ ਕਿ ਤੁਸੀਂ ਆ ਕੇ ਜਿਹੜੀ ਐਗਰੋ ਪ੍ਰੋਸੈਸਿੰਗ ਹੈ ਜਾਂ ਐਗਰੋ ਮਾਰਕੀਟਿੰਗ ਹੈ ਉਹਨੂੰ ਆ ਕੇ ਤੁਸੀਂ ਲੈ ਲਓ। ਹੁਣ ਉਹ ਆਹਿਸਤਾ ਤਬਦੀਲੀ ਆਏਗੀ, ਲੇਕਿਨ ਅਸੀਂ ਤੇ ਕਾਨੂੰਨ ਵੀ ਨਹੀਂ ਪਾਸ ਕੀਤਾ, ਅਸੀਂ ਤੇ ਵੈਸੇ ਹੀ ਬੁਲਾ ਲਿਆ ਉਹਨਾਂ ਨੂੰ। ਅਰਬੀਆਂ ਨੂੰ ਵੀ ਕੁਝ ਬੁਲਾਇਆ ਸੀ, ਉਹ ਵੀ ਸੁਣਿਆ ਕਿ ਜਿਸ ਤਰ੍ਹਾਂ ਯਾਨੀ। ਲੇਕਿਨ ਕੀ ਇੱਥੋਂ ਦੇ ਕਿਸਾਨਾਂ ਨੂੰ ਇਸ ਦਾ ਸ਼ਊਰ ਨਹੀਂ ਹੈ ਇਸ ਸਾਰੀ ਗੱਲ ਜੋ ਉਹਨਾਂ ਦੇ ਨਾਲ ਹੋ ਰਿਹਾ? ਉਹਨਾਂ ਦੇ ਵਿੱਚ ਤਨਜ਼ੀਮ ਕਿਉਂ ਨਹੀਂ ਹੈ? ਉਹ ਇਕੱਠੇ ਕਿਉਂ ਨਹੀਂ ਹੋ ਰਹੇ ਜਦ ਕਿ ਪੂਰੀ ਹਿਸਟਰੀ ਹੈ ਸਾਡੇ ਸਾਹਮਣੇ ਉਹਨਾਂ ਦੇ ਜੁੜਨ ਦੀ, ਇਕੱਠਿਆਂ ਹੋਣ ਦੀ, ਲੜਨ ਦੀ। ਹੁਣ ਉਹ ਅਗਰ ਮਾਲ ਰੋਡ ਤੇ ਇਕੱਠੇ ਹੋ ਕੇ ਆਏ ਤੇ ਉਹਨਾਂ ਨੇ ਜਦੋਂ ਪੁਲਿਸ ਨੇ ਲਾਠੀਆਂ ਲੁੱਠੀਆਂ ਮਾਰੀਆਂ, ਡੰਡੇ ਸੋਟੇ ਚਲਾਏ ਤੇ ਉਹ ਚਲੇ ਗਏ। ਤੇ ਇਹ ਸਾਰਾ ਕੀ ਹੋ ਰਿਹਾ? ਕੋਈ ਉਹਨਾਂ ਦੇ ਵਿੱਚ ਇੱਕ ਦੋ ਚਾਰ ਨਾਂ ਤੇ ਮੈਨੂੰ ਪਤਾ ਹੈ ਜਿਹੜੇ ਕਿਸਾਨ ਤਨਜ਼ੀਮਾਂ ਨੂੰ ਚਲਾ ਰਹੇ, ਪਰ ਉਹ ਕੋਈ ਇਤਨਾ ਮੌਸਰ ਤਨਜ਼ੀਮਾਂ ਨਹੀਂ ਹੈ ਉਸ ਤਰ੍ਹਾਂ। ਇਹ ਤੁਸੀਂ ਜ਼ਰਾ ਦੱਸੋ। ਨਹੀਂ, ਮੈਂ ਸਿਰਫ ਥੋੜਾ ਜਿਹਾ ਉਹਨੂੰ ਮੇਰਾ ਖਿਆਲ ਹੈ ਜ਼ਰਾ ਸਾਨੂੰ ਇੰਨੀ ਸੌਖੇ ਤਰੀਕੇ ਨਾਲ ਇਹ ਤੇ ਨਹੀਂ ਕਹਿਣਾ ਚਾਹੀਦਾ ਕਿ ਬਹੁਤ ਕਮਜ਼ੋਰ ਨੇ। ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਤਨਜ਼ੀਮਾਂ ਕੀ ਨੇ, ਕਿਹੜੇ ਜ਼ਰਈ ਤਬਕੇ ਉਹਦਾ ਹਿੱਸਾ ਨੇ, ਉਹ ਤਗੜੇ ਕਦੋਂ ਹੁੰਦੀਆਂ ਨੇ ਤੇ ਕਮਜ਼ੋਰ ਕਦੋਂ ਹੁੰਦੀਆਂ ਨੇ। ਹੁਣ ਜਿਹੜੀ ਇੱਕ ਵੱਡੀ ਤਨਜ਼ੀਮ ਇੱਥੇ ਹੈ ਉਹ ਪਾਕਿਸਤਾਨ ਕਿਸਾਨ ਇਤਿਹਾਦ ਦੇ ਨਾਂ ਤੋਂ ਮੌਜੂਦ ਹੈ। ਹੁਣ ਕਿਸਾਨ ਇਤਿਹਾਦ ਨੇ ਲੜਾਈ ਸ਼ੁਰੂ ਕੀਤੀ ਸੀ 2009-10 ਦੇ ਵਿੱਚ, ਜਦੋਂ IMF ਦੇ ਨਾਲ ਅਸੀਂ ਇੱਕ ਡੀਲ ਕੀਤੀ। ਉਹਨਾਂ ਨੇ ਕਿਹਾ ਕਿ ਤੁਸੀਂ ਬਿਜਲੀ ਤੇ ਜਿਹੜੀ ਸਬਸਿਡੀਆਂ ਨੇ ਉਹ ਖਤਮ ਕਰ ਦਿਓ, ਤੇ ਟਿਊਬਵੈਲਾਂ ਤੇ 1960 ਦੀ ਤਿਹਾਈ ਤੋਂ ਕਿਸਾਨਾਂ ਨੂੰ ਸਬਸਿਡੀ ਮਿਲ ਰਹੀ ਹੈ, ਤੇ ਉਹ ਟਿਊਬਵੈਲ ਸਬਸਿਡੀ ਖਤਮ ਹੋ ਗਈ ਤੇ ਕਿਸਾਨ ਨੂੰ ਜਿਹੜਾ ਕੋਈ 20,000-30,000 ਦਾ ਬਿੱਲ ਆਉਂਦਾ ਸੀ ਉਹ 3 ਲੱਖ ਦਾ ਹੋ ਗਿਆ। ਤੇ ਉਸ ਵੇਲੇ ਇਹ ਤਹਿਰੀਕ ਇੰਨੀ ਮਿਲੀਟੈਂਟ ਸੀ ਕਿ ਉਹ ਬਿਜਲੀ ਵਾਲੇ ਆਉਂਦੇ ਸਨ ਤੇ ਉਹਨਾਂ ਨੂੰ ਬੰਦ ਕਰ ਲੈਂਦੇ ਸਨ, ਪੁਲਿਸ ਆਂਦੀ ਸੀ ਤੇ ਉਹਨੂੰ ਕੁੱਟ ਕੇ ਭੇਜ ਦਿੰਦੇ ਸਨ। 2009 ਦੇ ਵਿੱਚ 2013 ਤੋਂ 13 ਤੱਕ ਚੱਲਦਾ ਰਿਹਾ। ਪਰ ਇਹ ਚੀਜ਼ਾਂ ਰਿਪੋਰਟ ਨਹੀਂ ਹੋਣੀਆਂ, ਇਹ ਰਿਪੋਰਟ ਨਹੀਂ ਹੁੰਦਾ, ਇਹ ਰਿਪੋਰਟ ਨਹੀਂ ਹੁੰਦਾ ਕਿਉਂਕਿ ਇੱਥੇ ਦਾ ਮੀਡੀਆ ਹੈ ਹੀ ਇਸ ਕਿਸਮ ਦਾ।
ਅਸੀਂ ਉਸ ਜ਼ਮਾਨੇ ਦੀ ਰਿਪੋਰਟਾਂ, ਮੈਂ ਤੇ ਅਖਬਾਰਾਂ ਦੀ ਰਿਪੋਰਟਾਂ ਕੱਢਦਾ ਰਿਹਾ ਆਪਣੀ PhD ਵਾਸਤੇ, ਤੇ ਉਹ ਰਿਪੋਰਟ ਸਿਰਫ ਇਹੀ ਦੱਸਦੀ ਹੈ ਕਿ ਕਿਸਾਨਾਂ ਨੇ ਰੋਡ ਬਲੌਕ ਕਰ ਦਿੱਤਾ। ਤੇ ਕਿਉਂ ਕੀਤਾ, ਉਹਦੀ ਵਜ੍ਹਾ ਕੀ ਹੈ, ਉਹ ਨਹੀਂ ਦੱਸਦੇ। ਕਿੰਨੇ ਕਿਸਾਨ ਸਾਨੂੰ ਕਹਿ ਕੀ ਰਹੇ ਨੇ ਲੀਡਰਸ਼ਿਪ ਦੇ ਇਲਾਵਾ। ਅੱਛਾ, ਕਦੀ ਅਗਰ ਤੁਸੀਂ ਵੇਖ ਵੀ ਲਓ ਰਿਪੋਰਟ, ਤੇ ਲੀਡਰਸ਼ਿਪ ਦੀ ਸਟੇਟਮੈਂਟ ਹੋਏਗੀ, ਤੇ ਬਾਕੀ ਕਿਸਾਨ ਕੀ ਕਹਿ ਰਹੇ ਨੇ, ਮੈਂਬਰਸ਼ਿਪ ਕੀ ਕਹਿ ਰਹੀ ਹੈ, ਕੌਣ ਹੈ ਉੱਥੇ, ਉਹਦੇ ਤੱਕ ਤੇ ਜਾਂਦਾ ਹੀ ਕੋਈ ਨਹੀਂ ਰਿਪੋਰਟਰ। ਤੇ ਉਹ ਤੇ ਕ੍ਰਾਈਸਿਸ ਹੈ। ਲੇਕਿਨ ਇਹਨਾਂ ਨੇ 2013 'ਚ ਜਿਹੜੀ ਬਿਜਲੀ ਦੀ ਸਬਸਿਡੀ ਹੈ ਉਹ ਵਾਪਸ ਕਰਵਾਈ। ਇਹ ਹੁਣ ਕਿੰਨੀ ਵੱਡੀ ਕਾਮਯਾਬੀ ਹੈ ਜਿਸ ਦੇ ਬਾਰੇ ਆਮ ਲੋਕਾਂ ਨੂੰ ਨਹੀਂ ਪਤਾ। ਲੇਕਿਨ ਉਹਦੇ ਬਾਅਦ ਉਹ ਤਹਿਰੀਕ ਜਿਹੜੀ ਹੈ ਉਹਦੇ ਵਿੱਚ ਸਪਲਿਟ ਹੋਇਆ। ਉਹ ਲੀਡਰਸ਼ਿਪ ਦਾ ਆਪਸ 'ਚ ਰਿਹਾ ਕਿ ਬਈ ਇਹ ਜ਼ਿਆਦਾ ਹਕੂਮਤ ਦੇ ਕਰੀਬ ਹੋ ਗਏ ਨੇ, ਦੂਜੇ ਸਮਝਦੇ ਨੇ ਕਿ ਦੂਜੇ ਜ਼ਿਆਦਾ ਕਰੀਬ ਹੋ ਗਏ ਨੇ। ਲੇਕਿਨ ਇਹ ਆਪਣੇ ਆਪ 'ਚ ਬਿਲਕੁਲ ਸਪਲਿਟ ਕਰਵਾ ਦੇਣਾ ਡਿਵਾਈਡ ਐਂਡ ਰੂਲ ਦਾ ਤਰੀਕਾ ਹੈ। ਲੇਕਿਨ ਅਗਰ ਅਸੀਂ ਜਿਹੜੇ ਚੜ੍ਹਦੇ ਪੰਜਾਬ ਦੀ ਮਿਸਾਲ ਵੇਖੀਏ, ਤੇ ਸਾਨੂੰ ਇਹ ਪਤਾ ਲੱਗਦਾ ਹੈ ਕਿ ਇੱਕ ਕਿਸਾਨ ਤਹਿਰੀਕ ਜਾਂ ਦੇ ਵਾਸਤੇ ਇੱਕ ਕਿਸਾਨ ਤਨਜ਼ੀਮ ਹੋਣੀ ਜ਼ਰੂਰੀ ਨਹੀਂ ਹੈ। ਅਸੀਂ ਕੋਈ 25-30 ਤਨਜ਼ੀਮਾਂ ਨੇ ਕਿਸਾਨਾਂ ਦੀਆਂ ਜਿਹੜੀ ਚੜ੍ਹਦੇ ਪੰਜਾਬ 'ਚ ਇਕੱਠੀ ਹੋਈਆਂ ਨੇ, ਤੇ ਉਹ ਤਹਿਰੀਕ ਅਗਰ ਚਲਾਨੀ ਹੋਏ ਤੇ ਉਹ ਜਿਹੜੇ ਪੁਰਾਣਾ ਖਾਬ ਸੀ ਕਿ ਇੱਕੋ ਹੀ ਤਨਜ਼ੀਮ ਵੱਡੀ ਬਣਾਉਣੀ ਪਏਗੀ, ਮੇਰਾ ਖਿਆਲ ਹੈ ਉਹ ਜ਼ਰੂਰੀ ਨਹੀਂ ਹੈ। ਬਿਲਕੁਲ। ਤੇ ਇਹ ਤਨਜ਼ੀਮਾਂ ਆਪਸ 'ਚ ਕੰਮ ਕਰ ਸਕਦੀਆਂ ਨੇ। ਉਹਦੇ ਵਿੱਚ ਕੁਝ ਇਸ਼ੂਜ਼ ਨੇ ਜਿਨ੍ਹਾਂ ਨੂੰ ਉਹ ਜ਼ਿਆਦਾ ਸੀਰੀਅਸ ਲੈਂਦੀਆਂ ਨੇ, ਕੁਝ ਇਸ਼ੂਜ਼ ਨੇ ਜਿਨ੍ਹਾਂ ਨੂੰ ਉਹ ਉਹਨਾਂ ਸੀਰੀਅਸ ਨਹੀਂ ਲੈਂਦੀਆਂ। ਉਹਦੀ ਵਜ੍ਹਾ ਉਸ ਤਨਜ਼ੀਮ ਦੇ ਆਪਣੇ ਜਿਹੜੇ ਬੇਸ ਹੈ ਉਹਦੇ ਉੱਤੇ ਹੁੰਦਾ ਹੈ ਕਿ ਕਿਹੜੇ ਕਿਸਾਨਾਂ ਨੂੰ ਜੋੜ ਕੇ ਰੱਖਣਾ ਹੈ, ਕਿਹੜਿਆਂ ਨੂੰ ਬਸ ਵਿਖਾਣਾ ਹੈ ਕਿ ਅਸੀਂ ਜਾ ਕੇ ਇਤਜਾਜ ਕੀਤਾ ਤੇ ਅਸੀਂ ਨਸ ਗਏ। ਹਾਂ, ਅਸੀਂ ਸਿਰਫ ਆਪਣੇ ਵੇਖਣਹਾਰਾਂ ਦੇ ਵਾਸਤੇ ਦੋ ਮਹਿਲਾ ਤਹਿਰੀਕਾਂ ਦੀ ਗੱਲ ਕਰ ਦਈਏ ਥੋੜੀ ਜੀ, ਤਾਂ ਕਿ ਉਹਨਾਂ ਨੂੰ ਥੋੜੀ ਜੀ ਪਤਾ ਲੱਗੇ ਕਿ ਇੱਕ ਵੰਡ ਤੋਂ ਬਾਅਦ ਹਸ਼ਤ ਨਗਰ ਦੀ ਤਹਿਰੀਕ ਇੱਥੇ ਬਹੁਤ ਵੱਡੀ ਰਹੀ। ਬੇਸ਼ੱਕ ਉਹ 4 ਸੱਦੇ ਦੇ ਨੇੜੇ ਇਲਾਕਾ ਹੈ ਹਸ਼ਤ ਨਗਰ, ਉੱਥੇ ਬਹੁਤ ਵੱਡੀ ਤਹਿਰੀਕ ਰਹੀ। ਪਾਕਿਸਤਾਨ ਮਜ਼ਦੂਰ ਪਾਰਟੀ ਪਹਿਲੇ ਤਹਿਰੀਕ ਤੇ ਖੁਦਰੋ ਰਹੀ, ਤੇ ਲੇਕਿਨ ਬਾਅਦ ਦੇ ਵਿੱਚ ਉਹ ਪਾਕਿਸਤਾਨ ਮਜ਼ਦੂਰ ਪਾਰਟੀ ਦੇ ਨਾਲ ਜੋੜ ਕੇ ਮਜ਼ਦੂਰ ਕਿਸਾਨ ਪਾਰਟੀ ਦੇ ਨਾਲ ਉਸ ਦਾ ਹੋ ਗਿਆ। ਤੇ ਉਹ ਉਹਦੇ ਬਾਰੇ ਥੋੜੀ ਜਿਹੀ ਕੋਈ ਗੱਲ ਕਰ ਦਿਓ ਕਿ ਉਹ ਵੇਖੋ, ਉਹ ਪੁਰਾਣੀ ਤਹਿਰੀਕ ਹੈ। ਖੈਬਰ ਪਖਤੂਨਖਵਾ ਦਾ ਆਪਣਾ ਇੱਕ ਡਾਇਨਾਮਿਕ ਹੈ ਜ਼ਮੀਨਾਂ ਦੀ ਵੰਡ ਦਾ। ਉਹਦੇ ਵਿੱਚ ਵੀ ਖਾਨ ਨੇ ਤੇ ਉਹਨਾਂ ਨੇ ਥੱਲੇ ਜਿਹੜਾ ਹੈ ਉਹ ਲੋਕਾਂ ਨੂੰ ਉਵੇਂ ਹੀ ਮਜ਼ਾਰਿਆਂ ਦੀ ਤਰ੍ਹਾਂ ਰੱਖਿਆ ਹੋਇਆ। ਮਜ਼ਾਰਿਆਂ ਦੀ ਤਰ੍ਹਾਂ ਵਲੀ ਖਾਨ ਹੋਰਾਂ ਦਾ ਵੀ ਇਲਾਕਾ ਹੈ ਉਹ ਥੋੜਾ ਬਿਲਕੁਲ ਜਿਹੜੇ ਨੈਪ ਦੇ ਨਾਲ ਉਸ ਵੇਲੇ ਜੁੜੇ ਹੋਏ ਸਨ, ਜਿਹੜੀ ਉਸ ਵੇਲੇ ਲੈਫਟ ਦੀ ਪਾਰਟੀ ਸੀ, ਤੇ ਉਹਦਾ ਇੱਕ ਹਿੱਸਾ ਕਮਿਊਨਿਸਟ ਪਾਰਟੀ ਨਾਲ ਵੀ ਜੁੜਿਆ ਸੀ। ਤੇ ਉਹ ਜ਼ਾਹਿਰ ਹੈ ਕਿ ਹਸ਼ਤ ਨਗਰ ਦਾ ਜਿਹੜਾ ਲੜਾਈ ਹੈ ਉਹ ਉਹਦੇ ਵਿੱਚ ਕਾਮਯਾਬ ਤਰੀਕੇ ਨਾਲ ਕਿਸਾਨਾਂ ਨੇ ਜਿਹੜੇ ਐਜੀਟੇਟ ਕਰ ਰਹੇ ਸਨ 1940 ਤੋਂ, ਤੇ ਮੈਨੂੰ ਪਤਾ ਹੈ ਕਿ ਉੱਥੇ ਐਜੀਟੇਸ਼ਨ ਚੱਲ ਰਹੀ ਸੀ। ਫਿਰ ਉਸ ਤੋਂ ਪਹਿਲੇ ਵੀ ਹੋਏਗੀ, ਬਾਅਦ ਦੇ ਵਿੱਚ ਵੀ ਹੋਇਆ। ਫਿਰ ਉਹ ਰਾਵੀ ਰਿਆਨ ਦਾ ਕਾਰਖਾਨਾ ਵੀ ਉਹਨਾਂ ਨੇ ਕਬਜ਼ੇ ਕੀਤਾ, ਤੇ ਫਿਰ ਚੁੱਕੇ ਉਹਨਾਂ ਇੱਥੋਂ ਦੇ ਪੰਜਾਬੀ ਵੀ ਜੁੜੇ ਉਸ ਸਾਰੀ ਗੱਲ ਦੇ ਨਾਲ। ਉਹਦਾ ਜ਼ਿਕਰ ਸਿਰਫ ਮੈਂ ਇਸ ਗੱਲ ਤੋਂ ਕੀਤਾ। ਉਹ ਸਾਡੇ ਵੱਲ ਬਹੁਤ ਵੱਡੀ ਤਹਿਰੀਕ ਰਹੀ ਹੈ ਹਸ਼ਤ ਨਗਰ ਦੀ। ਲੇਕਿਨ ਜੇ ਤੁਸੀਂ ਪੰਜਾਬ ਵੱਲ ਆਓ ਤੇ ਅੱਜ ਵੀ ਇੱਕ ਤਹਿਰੀਕ ਜਿਹੜੀ ਹੈ ਬੜੀ ਜ਼ਬਰਦਸਤ ਤਰੀਕੇ ਨਾਲ ਚੱਲ ਰਹੀ ਹੈ, ਉਹ ਹੈ ਮਿਲਟਰੀ ਉਕਾੜਾ ਮਿਲਟਰੀ ਫਾਰਮਸ ਦੀ। ਉਹਦੇ ਬਾਰੇ ਥੋੜਾ ਜਿਹਾ ਵੇਖੋ, ਮਿਲਟਰੀ ਫਾਰਮਸ ਦਾ ਵੀ ਪੁਰਾਣਾ ਮਸਲਾ ਹੈ। ਇੱਕ ਤੇ ਪਹਿਲੇ ਹੀ ਇਹ ਸਵਾਲ ਪੁੱਛਣ ਵਾਲਾ ਕਿ ਫੌਜਾਂ ਨੂੰ ਜ਼ਮੀਨ ਕਿਉਂ ਮਿਲਦੀ ਹੈ ਤੇ ਕਾਸ਼ ਕਰਨ ਵਾਸਤੇ ਕਿਉਂ ਮਿਲਦੀ ਹੈ। ਫੌਜ ਕਿਸਾਨ ਤੇ ਨਹੀਂ ਹੈ। ਵੈਸੇ ਤੇ ਇੱਥੇ ਦੀ ਫੌਜ ਬਿਜ਼ਨਸਮੈਨ ਹਰ ਕਿਸਮ ਦਾ ਕਰਦੀ ਹੈ, ਲੜਦੀ ਘੱਟ ਹੈ। ਇਹਨਾਂ ਨੂੰ ਜ਼ਮੀਨਾਂ ਮਿਲੀਆਂ ਸਨ ਘੋੜਿਆਂ ਵਾਸਤੇ ਕਿ ਘੋੜਿਆਂ ਨੂੰ ਤੁਸੀਂ ਜਿਹੜਾ ਹੈ ਉਹ ਚਾਰੇ ਵਾਸਤੇ ਤੋਂ ਜ਼ਮੀਨ ਲੈ ਲਓ, ਉਹਦੇ ਤੇ ਤੁਸੀਂ ਮਜ਼ਾਰੀਨ ਰੱਖ ਲਓ। ਮਜ਼ਾਰੀਨ ਉਹਦਾ ਜਿਹੜਾ ਬਟਾਈ ਦਿੰਦੇ ਨੇ ਉਹ ਤੁਸੀਂ ਉਹਦੇ ਵਾਸਤੇ ਇਸਤੇਮਾਲ ਕਰ ਲਓ। ਹੁਣ ਫੌਜ ਜਿਹੜੀ ਹੈ ਉਹ ਟੈਂਕਾਂ ਤੇ ਚੱਲਦੀ ਹੈ, ਤੇ ਟੈਂਕ ਜਿਹੜੇ ਨੇ ਉਹ ਚਾਰੇ ਤੇ ਨਹੀਂ ਚੱਲਦੇ। ਤੇ ਉਹਨਾਂ ਨੇ ਜ਼ਮੀਨਾਂ ਇਸ ਤੇ ਕਿਉਂ ਕਬਜ਼ਾ ਕੀਤਾ ਹੋਇਆ? ਤੇ ਉਹ ਜ਼ਮੀਨਾਂ ਤੇ ਕਬਜ਼ਾ ਸਿਰਫ ਉਕਾੜਾ 'ਚ ਨਹੀਂ ਹੈ,
ਲਾਹੌਰ ਦੇ ਬਾਹਰ ਕਮ ਸੇ ਕਮ 2 ਇਲਾਕੇ ਨੇ ਜਿੱਥੇ ਬਿਲਕੁਲ ਲਾਹੌਰ ਦੇ ਅੰਦਰ ਮਿਲਟਰੀ ਫਾਰਮਸ ਮੌਜੂਦ ਨੇ। ਹਰ ਮਿਲਟਰੀ ਫਾਰਮ ਦੀ ਆਪਣੀ ਇੱਕ ਤਹਿਰੀਕ ਹੈ। ਔਰ 1970 60 70 80 ਦੀ ਤਿਹਾਈ 'ਚ ਤੁਸੀਂ ਅਗਰ ਲੈਫਟ ਦੀ ਜਿਹੜੀ ਪਾਰਟੀਆਂ ਨੇ ਉਹਨਾਂ ਦੇ ਰਿਕਾਰਡਸ ਵੇਖਣਾ ਸ਼ੁਰੂ ਕਰਦੇ ਹੋ ਤੇ ਉਹਨਾਂ ਨੇ ਮੁxtਲਿਫ ਮੌਕਿਆਂ ਤੇ ਮਿਲਟਰੀ ਫਾਰਮਸ ਦੀ ਤਹਿਰੀਕ, ਜਿੱਥੇ ਮਜ਼ਾਰੀਨ ਜ਼ਮੀਨ ਦਾ ਹੱਕ ਮੰਗ ਰਹੇ ਸਨ, ਉਹ ਕਹਿ ਰਹੇ ਸਨ ਕਿ ਯਾਰ ਹੁਣ ਫੌਜ ਦਾ ਕੰਮ ਜ਼ਮੀਨ ਦੇ ਨਾਲ ਖਤਮ ਹੋ ਗਿਆ, ਹੁਣ ਸਾਨੂੰ ਜ਼ਮੀਨ ਦੇ ਦਿਓ ਕਿ ਕਿਉਂਕਿ ਅਸੀਂ ਇਹ ਜ਼ਮੀਨ ਜਿਹੜੀ ਹੈ ਉਹ ਅਸੀਂ ਕਾਸ਼ ਕੀਤੀ ਹੈ, ਅਸੀਂ ਇੱਥੇ ਦੇ ਅਸੀਂ ਇਹਦੇ ਅਸਲ ਮਾਲਕੀਨ ਹਾਂ। ਉਹੀ ਲੜਾਈ ਫਿਰ ਓਕਾੜਾ ਦੇ ਵਿੱਚ ਹੋਈ। 17,000 ਏਕੜ ਵੈਸੇ ਬ੍ਰਿਟਿਸ਼ ਆਰਮੀ ਦੀ ਜ਼ਮੀਨ ਹੈ, ਜਿਹੜੀ ਬਾਅਦ ਚ ਇਹਨਾਂ ਨੇ ਫੌਜ ਦੇ ਕੋਲ ਆ ਗਈ, ਹਾਲਾਂਕਿ ਉਹਦਾ ਵੀ ਕੋਈ ਜਵਾਬ ਨਹੀਂ ਬਣਦਾ। ਤੇ ਚੜ੍ਹਦੇ ਪੰਜਾਬ ਦੀ ਤਹਿਰੀਕ ਨੇ ਸਾਰਿਆਂ ਨੂੰ ਪ੍ਰੇਰਨਾ ਦਿੱਤੀ, ਸਿਰਫ ਪਾਕਿਸਤਾਨ ਨੂੰ ਹੀ ਨਹੀਂ, ਪੂਰੀ ਦੁਨੀਆ ਦੇ ਦੇਸ਼ਾਂ ਨੂੰ। ਤੇ ਲੇਕਿਨ ਅਸੀਂ ਚੁੱਕੇ ਬਿਲਕੁਲ ਹਮਸਾਏ ਹੈ, ਅਸੀਂ ਗਵਾਂਢੀ ਹੈ, ਤੇ ਗਵਾਂਢੀ ਹੋਣ ਦੇ ਨਾਤੇ ਸਾਨੂੰ ਕੀ ਸੀਖ ਮਿਲ ਸਕਦੀ ਹੈ ਇਹਦੇ ਵਿੱਚੋਂ? ਦੇਖੋ, ਇੱਕ ਤੇ ਵੱਡੀ ਗੱਲ ਇਸ ਤਹਿਰੀਕ ਨੇ ਸਾਬਿਤ ਕੀਤੀ ਹੈ ਕਿ ਮੋਦੀ ਵਰਗੇ ਬਦਮਾਸ਼ ਦੇ ਅੱਗੇ ਵੀ ਅਗਰ ਕਿਸਾਨ ਟਿਕ ਕੇ ਬਹਿ ਜਾਣ ਤੇ ਉਹਨਾਂ ਨੂੰ ਜਿੰਨਾ ਮਰਜ਼ੀ ਤੁਸੀਂ ਟੈਰਰਿਸਟ ਕਹਿ ਲਓ, ਉਹਨਾਂ ਨੂੰ ਖਾਲਿਸਤਾਨੀ ਕਹਿ ਲਓ, ਉਹਨਾਂ ਦੇ ਉੱਤੇ ਤੁਸੀਂ ਬੀਜੇਪੀ ਦੇ ਹੁੰਡੇ ਛੱਡ ਦਿਓ, ਪੁਲਿਸ ਛੱਡ ਦਿਓ, ਉਹ ਜਿੱਤ ਉਹਨਾਂ ਲੋਕਾਂ ਦੀ ਹੋਣੀ ਹੈ ਜਿਹੜੇ ਇਕੱਠੇ ਹੋ ਕੇ ਟਿਕ ਕੇ ਬਹਿ ਜਾਣ। ਤੇ ਉਹ ਤੇ ਬੜਾ ਵੱਡਾ ਮੇਰਾ ਖਿਆਲ ਹੈ ਇੱਕ ਲੈਸਨ ਹੈ ਹਰ ਤਹਿਰੀਕ ਵਾਸਤੇ, ਤੇ ਇੱਥੇ ਦੀ ਕਿਸਾਨ ਤਹਿਰੀਕ ਵਾਸਤੇ ਵੀ, ਕਿ ਹੁਣ ਲਾਠੀ ਚਾਰਜ ਹੁੰਦਾ ਹੈ ਤੇ ਬਹਿ ਜਾਓ। ਬੜਾ ਇਨਸਪਾਇਰਿੰਗ ਹੈ ਸਾਰਾ। ਹਾਂ, ਬੜੀ ਵੱਡੀ ਗੱਲ ਹੈ। ਦੂਜਾ, ਡਾਇਰੈਕਟਲੀ ਵੀ ਮੈਂ ਕਹਾਂਗਾ ਕਿ ਇੱਥੇ ਦੀ ਤਹਿਰੀਕ ਬੜੇ ਕਲੀਅਰਲੀ ਵੇਖ ਰਹੀ ਹੈ ਚੜ੍ਹਦੇ ਪੰਜਾਬ ਦੀ ਤਰਫ। ਅਸੀਂ ਵੇਖਿਆ ਕਿ ਜਦੋਂ ਇੱਥੇ ਇੱਕ ਵੱਡਾ ਮਸਲਾ ਹੈ ਕਿ ਹਾਊਸਿੰਗ ਸਕੀਮਾਂ ਵਾਸਤੇ ਕਿਸਾਨਾਂ ਨੂੰ ਬੇਦਖਲ ਕੀਤਾ ਜਾ ਰਿਹਾ, ਤੇ ਉਹ ਲਾਹੌਰ ਦੇ ਬਿਲਕੁਲ ਬਾਹਰ ਇੱਕ ਵੱਡਾ ਇਲਾਕਾ ਹੈ 40,000 ਏਕੜ ਦਾ, ਉਹਦੇ ਤੇ ਕਿਸਾਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਇਹ ਜ਼ਮੀਨ ਛੱਡੋ ਤੇ ਇੱਥੇ ਅਸੀਂ ਸਕੀਮ ਬਣਾਉਣੀ ਹੈ। ਤੇ ਉਹ ਜਿਹੜੇ ਕਿਸਾਨਾਂ ਨੇ ਜਦੋਂ ਤਹਿਰੀਕ ਸ਼ੁਰੂ ਕੀਤੀ ਤੇ ਉਹਨਾਂ ਨੇ ਬਿਲਕੁਲ ਆਪਣੇ ਆਪ ਨੂੰ ਇੰਡੀਆ ਦੀ ਤਹਿਰੀਕ ਦੀ ਗੱਲਾਂ ਤੇ ਮਾਡਲ ਕੀਤਾ। ਉਹਨਾਂ ਨੇ ਨਾਲ, ਅਗਰ ਤੁਸੀਂ ਉਹਨਾਂ ਦੇ ਪੋਸਟਰ ਵੇਖੋ ਤੇ ਚੜ੍ਹਦਾ ਪੰਜਾਬ ਲਹਿੰਦੇ ਪੰਜਾਬ ਦਾ ਜੋੜ ਉੱਥੇ ਵੇਖ ਰਹੇ ਨੇ, ਤੇ ਉਹ ਇਹਨਾਂ ਨੇ ਗੀਤ ਵੀ ਬਣਾਏ। ਤੇ ਉਹਨਾਂ ਦੇ ਨਾਲ ਫਿਰ ਜਿਹੜੀ ਇਹ ਪਾਕਿਸਤਾਨ ਕਿਸਾਨ ਇਤਿਹਾਦ ਹੈ ਉਹਦੇ ਗਰੋਹ ਵੀ ਨਾਲ ਜੁੜੇ। ਤੇ ਉਹ ਜਿਹੜੇ ਤਾਲੁਕ, ਜਿਹੜੀ ਉਮੀਦ ਦੀ ਲਹਿਰ ਹੈ ਚੜ੍ਹਦੇ ਪੰਜਾਬ ਦੀ ਤੇ ਹਿੰਦੁਸਤਾਨ ਇੰਡੀਆ ਦੀ ਜਿਹੜੀ ਤਹਿਰੀਕ ਹੈ ਉਹਦੀ, ਉਹ ਲਹਿਰ ਪੂਰੇ ਸਾਊਥ ਏਸ਼ੀਆ 'ਚ ਫੈਲੇਗੀ। ਹਾਂ, ਬਿਲਕੁਲ। ਉਹਨਾਂ ਨੇ ਮੂਵਮੈਂਟਾਂ ਨੂੰ ਉਮੀਦ ਦਿੱਤੀ ਹੈ, ਉਹਨਾਂ ਨੂੰ ਦੱਸਿਆ ਹੈ ਕਿ ਅਗਰ ਅਸੀਂ ਖੜੇ ਹੋ ਗਏ ਜਾਂ ਅਸੀਂ ਬਹਿ ਗਏ ਤੇ ਉਹਦੇ ਬਾਅਦ ਜੀਤ ਹਮਾਰੀ ਹੈ। ਤੇ ਉਹ ਜਿਹੜਾ ਹੈ ਉਹ ਇਹ ਲਹਿੰਦੇ ਪੰਜਾਬ 'ਚ ਵੀ ਅਸੀਂ ਉਮੀਦ ਕਰਨੇ ਆ ਕਿ ਉਹ ਜਿਹੜਾ ਇੱਕ ਵੱਡਾ ਇੱਕ ਉਹ ਹੈ ਕਿ ਟਿਕ ਜਾਓ ਤੇ ਬਹਿ ਜਾਓ, ਤੇ ਉਹ ਉਸ ਤੋਂ ਵੱਡੀ ਕੋਈ ਗੱਲ ਨਹੀਂ। ਤੇ ਉਹ ਜ਼ਾਹਿਰ ਹੈ ਕਿ ਉਹ ਉਮੀਦ ਤੇ ਅਸੀਂ ਰੱਖਨੇ ਆ ਕਿ ਉਹਦੀ ਤਰਫ ਅਸੀਂ ਜਾਈਏ। ਬਿਲਕੁਲ। ਅਸੀਂ ਸਾਨੂੰ ਬੜੀ ਉਮੀਦ ਹੈ ਕਿ ਨਾਬਰੀ ਜਿਹੜੀ ਹੈ ਲਹਿੰਦੇ ਪੰਜਾਬ ਵੱਲੋਂ ਵੀ ਉੱਠੇਗੀ ਨਾਇਨਸਾਫੀ ਦੇ ਖਿਲਾਫ, ਤੇ ਆਪਣੇ ਹੱਕਾਂ ਨੂੰ ਲੈਣ ਵਾਸਤੇ ਸਾਨੂੰ ਬੜੀ ਉਮੀਦ ਹੈ ਕਿ ਸਾਡੇ ਲੋਕ ਵੀ ਉਤਨਾ ਹੀ ਯਤਨ ਕਰਸਨ ਜਿਸ ਤਰ੍ਹਾਂ ਚੜ੍ਹਦੇ ਪੰਜਾਬ ਨੇ ਕੀਤਾ। ਬਹੁਤ ਸ਼ੁਕਰੀਆ ਤੁਹਾਡਾ ਹਾਸ਼ਮ ਇੱਥੇ ਆਉਣ ਵਾਸਤੇ।